ਏਕ ਓੰਕਾਰ ਏਕ ਓੰਕਾਰ ਏਕ ਓੰਕਾਰ ਏਕ ਓੰਕਾਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਗੁਰੂ ਚਰਨਾਂ ਨਾਲ ਜੁੜੀ ਹੋਈ, ਗੁਰੂ ਜਸ ਵਿੱਚ ਜੁੜੀ ਹੋਈ ਸੁਭਾਏਮਾਨ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਦਾ ਵਿਸ਼ਾ ਹੈ ਅੰਮ੍ਰਿਤ ਵੇਲਾ। ਗੁਰਬਾਣੀ ਵਿੱਚ ਅੰਮ੍ਰਿਤ ਵੇਲਾ ਰਾਤ ਦਾ ਚੌਥਾ ਪਹਿਰ ਕਰਕੇ ਦਰਸਾਇਆ ਗਿਆ ਹੈ। ਗੁਰਬਾਣੀ ਵਿੱਚ ਅੰਮ੍ਰਿਤ ਵੇਲੇ ਨੂੰ ਕਈ ਸ਼ਬਦਾਂ ਨਾਲ ਸੰਬੋਧਨ ਕੀਤਾ ਹੈ। ਪ੍ਰਭਾਤ, ਪ੍ਰਾਤੇ ਕਾਲ, ਭਲਕ, ਝਲਾਗੇ, ਪਿਛਲ ਰਾਤ, ਚੌਥਾ ਪਹਿਰ, ਇਹ ਸਭ ਅੰਮ੍ਰਿਤ ਵੇਲੇ ਦੇ ਸੂਚਕ ਸ਼ਬਦ ਹਨ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿੱਚ ਇਸ ਨੂੰ ਅੰਮ੍ਰਿਤ ਵੇਲੇ ਦਾ ਨਾਮ ਦਿੱਤਾ ਹੈ। ਗੁਰਬਾਣੀ ਵਿੱਚ ਅੰਮ੍ਰਿਤ ਵੇਲੇ ਦੇ ਜਾਗਣ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਬਾਰੇ ਬਹੁਤ ਵਾਰੀ ਤਾਕੀਦ ਕੀਤੀ ਗਈ ਹੈ। ਅੰਮ੍ਰਿਤ ਵੇਲੇ ਦਾ ਜਾਗਣਾ ਇੱਕ ਗੱਲ ਹੈ, ਪਰ ਅੰਮ੍ਰਿਤ ਵੇਲੇ ਦੀ ਸੰਭਾਲ ਹੀ ਅਸਲੀਅਤ ਹੈ। ਕਈ ਸਿੱਖ ਅੰਮ੍ਰਿਤ ਵੇਲੇ ਦਾ ਜਾਗਣਾ ਮੰਗਦੇ ਆ, ਪਰ ਅੰਮ੍ਰਿਤ ਵੇਲੇ ਦੀ ਸੰਭਾਲ ਬਾਰੇ ਘੱਟ ਹੀ ਪਤਾ ਰੱਖਦੇ ਨੇ। ਵਿਚਾਰਯੋਗ ਮਸਲਾ ਹੈ, ਅੰਮ੍ਰਿਤ ਵੇਲੇ ਉੱਠ ਕੇ ਸਿੱਖ ਨੇ ਕੀ ਕਰਨਾ ਹੈ। ਪਿਛਲ ਰਾਤੀ ਸਦੜਾ, ਨਾਮ ਖਸਮ ਕਾਲੇ। ਸਿੱਖ ਰਹਿਤ ਮਰਿਆਦਾ ਵਿੱਚ ਨਾਮ ਸਿਮਰਨ ਦੇ ਅਭਿਆਸ ਬਾਰੇ ਇਸ ਤਰ੍ਹਾਂ ਲਿਖਿਆ ਹੈ, ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾਗ ਕੇ ਇਸ਼ਨਾਨ ਕਰਕੇ ਇੱਕ ਅਕਾਲ ਪੁਰਖ ਦਾ ਧਿਆਨ ਧਰਦਾ ਹੋਇਆ ਨਾਮ ਸਿਮਰਨ 'ਚ ਜੁਟ ਜਾਏ। ਅੰਮ੍ਰਿਤ ਵੇਲਾ ਤੜਕੇ ਦਾ ਸਮਾਂ ਤਾਜ਼ਗੀ ਦਾ ਸਮਾਂ ਹੈ, ਖੜਾਓ ਤੇ ਟਿਕਾਓ ਦਾ ਸਮਾਂ ਹੈ। ਇਸ ਵੇਲੇ ਕਲਯੁਗ ਦਾ ਰੌਲਾ ਗੌਲਾ ਖਤਮ ਹੋ ਜਾਂਦਾ ਹੈ। ਜਿਸ ਰੋਗੀ ਨੂੰ ਰਾਤ ਨੂੰ ਨੀਂਦ ਨਾ ਆਉਂਦੀ ਹੋਵੇ, ਉਹ ਵੀ ਅੰਮ੍ਰਿਤ ਵੇਲੇ ਸੌਂ ਜਾਂਦਾ ਹੈ। ਚੋਰ ਵਿਸ਼ਈ ਵੀ ਥੱਕ ਟੁੱਟ ਕੇ ਸੌਂ ਜਾਂਦੇ ਹਨ। ਸਾਰੇ ਦਿਨ ਦੀ ਦੌੜ ਭੱਜ ਤੇ ਜਗਤ ਦੀ ਹਾਏ ਹਾਏ ਖਤਮ ਹੋ ਜਾਂਦੀ ਹੈ। ਇਸ ਲਈ ਅੰਮ੍ਰਿਤ ਵੇਲਾ ਹੀ ਇੱਕ ਸ਼ਾਂਤ ਸਮਾਂ ਹੈ। ਰੱਬ ਦੇ ਦਰਬਾਰ ਦੀ ਲੁੱਟ ਮਾਰ ਕਰਨ ਦਾ ਸਹੀ ਸਮਾਂ, ਰੱਬੀ ਖਜ਼ਾਨੇ ਅੰਮ੍ਰਿਤ ਵੇਲੇ ਖੁੱਲ੍ਹ ਜਾਂਦੇ ਹਨ। ਰਾਮ ਨਾਮ ਦੀ ਲੁੱਟ ਦਾ ਇਸ ਤੋਂ ਪਿਆਰਾ ਸਮਾਂ ਹੋਰ ਕਿਹੜਾ ਹੋ ਸਕਦਾ ਹੈ। ਜੇ ਬੰਦਾ ਅੰਮ੍ਰਿਤ ਵੇਲੇ ਨਾ ਜਾਗੇ ਤੇ ਰੱਬ ਦੇ ਘਰੋਂ ਜੋ ਕਸਤੂਰੀ ਮਿਲਣੀ ਹੈ ਵਾਂਝਾ ਰਹਿ ਜਾਏਗਾ। ਜਿਨ੍ਹਾਂ ਨੇ ਨਿੰਦਰਾ ਵੇਲੇ ਰਾਤ ਕਥੂਰੀ ਵੰਡੀਏ, ਸੁੱਤਿਆਂ ਮਿਲੇ ਨਾ ਪਾਓ। ਜਿਨ੍ਹਾਂ ਨੇ ਨਿੰਦਰਾ ਵੇਲੇ ਤਿਨਾਂ ਮਿਲਨ ਕਵਾਓ। ਜਿਸ ਵਡਭਾਗੀ ਨੇ ਅੰਮ੍ਰਿਤ ਵੇਲਾ ਸਾਂਭ ਲਿਆ, ਉਸ ਨੂੰ ਇਸ ਸੜਦੇ ਬਲਦੇ ਦੁਖੀ ਸੰਸਾਰ ਵਿੱਚ ਕੋਈ ਚਿੰਤਾ ਨਹੀਂ, ਕੋਈ ਧੋਖਾ ਨਹੀਂ, ਸਫਲਤਾ ਹੀ ਸਫਲਤਾ ਹੋਏਗੀ। ਜਿਸ ਨੇ ਅੰਮ੍ਰਿਤ ਵੇਲਾ ਗਵਾ ਲਿਆ, ਉਹ ਆਪਣੇ ਮਨ ਰੂਪੀ ਪਹਿਲਵਾਨ ਨਾਲ ਪਹਿਲੇ ਸੰਘਰਸ਼ ਵਿੱਚ ਹੀ ਬਾਜ਼ੀ ਹਾਰ ਗਿਆ। ਮਨ ਨੇ ਉਸ ਨੂੰ ਢਾ ਲਿਆ, ਉਸ ਦੀ ਪਿੱਠ ਲਾ ਦਿੱਤੀ ਹੈ। ਐਸਾ ਅਭਾਗੀ ਪੁਰਖ ਜੋ ਅੰਮ੍ਰਿਤ ਵੇਲਾ ਹੀ ਗਵਾ ਲਵੇ, ਉਸ ਨੂੰ ਆਤਮਕ ਉੱਨਤੀ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਅੰਮ੍ਰਿਤ ਵੇਲੇ ਦੀ ਵੱਡੀ ਮਹਾਨਤਾ ਤੇ ਮਹੱਤਤਾ ਹੈ, ਕਿਉਂਕਿ ਨਾਮ ਸਿਮਰਨ, ਧਿਆਨ, ਸਿਫਤ ਸਲਾਹ ਤੇ ਅਭਿਆਸ ਨਾਲ ਇਸ ਸੁਹਾਣੇ ਪਵਿੱਤਰ ਸਮੇਂ ਦਾ ਗੂੜਾ ਤੇ ਗਹਿਰਾ ਸੰਬੰਧ ਹੈ। ਰਾਗ ਦਵੈਸ਼ ਦੀਆਂ ਤਰੰਗਾਂ ਤੋਂ ਇਹ ਸਮਾਂ ਖਾਲੀ ਹੁੰਦਾ ਹੈ। ਇਸ ਨਿਰਮਲ ਸਮੇਂ ਨੂੰ ਬ੍ਰਹਮ ਮੁਹੂਰਤ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਸਮੇਂ ਮਨ ਦੀਆਂ ਬਿਰਤੀਆਂ ਸੁਤੇ ਸਿੱਧ ਤੇ ਸੁਭਾਵਕ ਹੀ ਇਕਾਗਰ ਹੋ ਜਾਂਦੀਆਂ ਹਨ। ਰਾਤਰੀ ਦੇ ਵਿਸਰਾਮ ਤੇ ਨੀਂਦ ਪਿੱਛੋਂ ਦਿਮਾਗ ਤਾਜ਼ਾ ਤੇ ਸਰੀਰ ਹਲਕਾ ਫੁਲਕਾ ਹੋਇਆ ਹੁੰਦਾ ਹੈ। ਮਨ ਦੁਨੀਆ ਦੀਆਂ ਝਮੇਲਿਆਂ ਤੋਂ ਆਜ਼ਾਦ ਹੁੰਦਾ ਹੈ। ਇਸ ਲਈ
ਸਭ ਤੋਂ ਪਵਿੱਤਰ ਸੋਹਣੇ ਤੇ ਸੁਹਾਵਣੇ ਸਮੇਂ ਨੂੰ ਜਗਤ ਦੇ ਸਭ ਤੋਂ ਸ੍ਰੇਸ਼ਟ ਤੇ ਉੱਤਮ ਕੰਮ ਲਈ ਹੀ ਵਰਤਣਾ ਯੋਗ ਹੈ। ਮਨ ਤੇ ਇੰਦਰੀਆਂ ਦੇ ਪਸ਼ੂ ਬਿਰਤੀਆਂ ਤੇ ਕਾਬੂ ਪਾਉਣ ਲਈ ਅੰਮ੍ਰਿਤ ਵੇਲੇ ਦੀ ਸੰਭਾਲ ਬਹੁਤ ਜ਼ਰੂਰੀ ਹੈ। ਬਾਕੀ ਸਾਰਾ ਦਿਨ ਤਾਂ ਕਿਰਤ ਵਿੱਚ ਹੀ ਗੁਜ਼ਰ ਜਾਂਦਾ ਹੈ। ਅੰਮ੍ਰਿਤ ਵੇਲਾ ਹੀ ਇੱਕ ਸਮਾਂ ਹੈ। ਉਂਝ ਤਾਂ ਨਾਮ ਜਪਣ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਹਰ ਸਮਾਂ ਹੀ ਠੀਕ ਹੈ, ਨਾਮ ਜਪਨ ਕੀ ਸਗਲੀ ਵੇਲਾ। ਪਰ ਅੰਮ੍ਰਿਤ ਵੇਲਾ ਹੀ ਇੱਕ ਐਸਾ ਸਮਾਂ ਹੈ ਜਿਸ ਸਮੇਂ ਮਨੁੱਖ ਦਾ ਮਨ ਸ਼ਾਂਤ ਮਾਹੌਲ ਵਿੱਚ ਇਕਾਗਰ ਹੋ ਕੇ ਪਰਮਾਤਮਾ ਦੀ ਯਾਦ ਵਿੱਚ ਜੁੜ ਜਾਂਦਾ ਹੈ। ਸੁਬਾਹੀ ਸਲਾਹ ਜਿਨੀ ਧਿਆਇਆ ਇੱਕ ਮਨ, ਸਈ ਪੂਰੇ ਸਾਹ ਵਖਤੇ ਉੱਪਰ ਲੜ ਮੂਏ। ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ, ਬਹੁਤ ਭਏ ਅਸਗਾ ਗੋਤੇ ਖਾਏ ਨਾ ਨਿਕਲੇ। ਪ੍ਰਭਾਤ ਵੇਲੇ ਜੋ ਵਾਹਿਗੁਰੂ ਦੀ ਸਿਫਤ ਕਰਦੇ ਹਨ, ਉਸ ਨੂੰ ਬਿਰਤੀ ਜੋੜ ਕੇ ਆਰਾਧਦੇ ਹਨ, ਉਹੀ ਪੂਰੇ ਸੱਚੇ ਸ਼ਾਹ ਹਨ। ਜੋ ਅੰਮ੍ਰਿਤ ਵੇਲੇ ਆਪਣੇ ਮਨ ਦੇ ਫੁਰਰਿਆਂ ਨਾਲ ਜੂਝਦੇ ਹਨ, ਮਨ ਨੂੰ ਕਾਗਰ ਕਰਨ ਦੇ ਯਤਨ ਕਰਦੇ ਹਨ, ਉਹੀ ਅਸਲੀ ਸ਼ਾਹ ਨੇ। ਦੂਜੇ ਪਹਿਰ ਮਨ ਦੀਆਂ ਮੱਤਾਂ ਅਨੇਕ ਕਾਰਜਾਂ ਵਿੱਚ ਖਿੰਡ ਜਾਂਦੀਆਂ ਹਨ, ਧੰਦੇ ਸੁਰਤ ਨੂੰ ਖੰਡਾਉਂਦੇ ਹਨ। ਇਸ ਲਈ ਰੋਜ਼ ਦਾ ਨੇਮ ਬਣਾਉਣਾ ਹੈ, ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਤੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਕੇ ਸਹਿਜੇ ਸਹਿਜੇ ਸੁਰਤ ਨਾਮ ਵਿੱਚ 8 ਪਹਿਰ ਰਹਿਣ ਵਾਲੀ ਬਣ ਜਾਏਗੀ। ਕੁੱਲ 8 ਪਹਿਰ ਹਨ ਰਾਤ ਦਿਨ ਦੇ। ਅੰਮ੍ਰਿਤ ਵੇਲਾ 3 ਘੰਟਿਆਂ ਦਾ ਇੱਕ ਚੌਥਾ ਪਹਿਰ ਹੈ। ਇਹ ਸਾਰਾ ਸਮਾਂ 7 ਪਹਿਰਾਂ ਤੋਂ ਵੱਖਰਾ ਹੈ, ਕਿਉਂਕਿ ਇਹ ਸਮਾਂ ਖਾਸ ਨਿਸ਼ਚਿਤ ਕੰਮ ਨਾਮ ਸਿਮਰਨ ਤੇ ਸਿਫਤ ਸਲਾਹ ਲਈ ਹੀ ਵਰਤਣਾ ਹੈ। ਇਸ ਸਮੇਂ ਨੂੰ ਹੋਰ ਕਿਸੇ ਕੰਮ ਵਿੱਚ ਨਹੀਂ ਲਿਆਉਣਾ। ਬਾਕੀ 7 ਪਹਿਰ ਹੋਰ ਸਾਰੇ ਕੰਮਾਂ ਵਾਸਤੇ ਹਨ। ਅੰਮ੍ਰਿਤ ਵੇਲੇ ਦੇ ਨਾਮ ਸਿਮਰਨ ਤੇ ਸਿਫਤ ਸਲਾਹ ਦਾ ਇੱਕ ਬਹੁਤ ਵੱਡਾ ਲਾਭ ਹੈ। ਬਾਕੀ ਸਾਰਾ ਦਿਨ ਹੀ ਨਾਮ ਸਿਮਰਨ ਦਾ ਪ੍ਰਵਾਹ ਸੁੱਤੇ ਹੀ ਚੱਲਦਾ ਰਹਿੰਦਾ ਹੈ। ਉਹ ਗੁਰਮਤਿ ਦੀ ਦਸ਼ਾ ਪ੍ਰਾਪਤ ਹੋ ਜਾਂਦੀ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਭਗਤ ਫਰੀਦ ਜੀ ਦੀ ਮਨੁੱਖ ਨੂੰ ਅੰਮ੍ਰਿਤ ਵੇਲੇ ਉੱਠਣ ਵਾਸਤੇ ਪ੍ਰੇਰਨਾ ਦਿੰਦੇ ਨੇ। ਜਿਹੜਾ ਮਨੁੱਖ ਅੰਮ੍ਰਿਤ ਵੇਲੇ ਨਹੀਂ ਜਾਗਦਾ, ਉਹਦੇ ਬਾਰੇ ਕੀ ਫਰਮਾਉਂਦੇ ਨੇ? ਕਹਿੰਦੇ ਨੇ ਉਹ ਮਨੁੱਖ ਜਿਉਂਦਿਆਂ ਵਿੱਚ ਨਹੀਂ ਗਿਣਿਆ ਜਾਂਦਾ। ਅਜਿਹਾ ਮਨੁੱਖ ਮਰਿਆ ਹੋਇਆ ਹੀ ਸਮਝਣਾ ਚਾਹੀਦਾ ਹੈ, ਕਿਉਂਕਿ ਅਜਿਹਾ ਮਨੁੱਖ ਵੇਖਣ ਨੂੰ ਤਾਂ ਜਿਉਂਦਾ ਹੈ, ਪਰ ਅਸਲ ਵਿੱਚ ਉਸ ਦੀ ਆਤਮਿਕ ਮੌਤ ਹੋ ਗਈ ਹੈ। ਅਜਿਹਾ ਮਨੁੱਖ ਬੇਸ਼ੱਕ ਪਰਮਾਤਮਾ ਨੂੰ ਭੁੱਲਾ ਬੈਠਾ ਹੈ, ਪਰ ਪਰਮਾਤਮਾ ਤਾਂ ਮਨੁੱਖ ਦੇ ਕੀਤੇ ਹੋਏ ਅਮਲਾਂ ਨੂੰ, ਕਰਮਾਂ ਨੂੰ ਚੰਗੀ ਤਰ੍ਹਾਂ ਦੇਖ ਰਿਹਾ ਹੈ। ਭਗਤ ਜੀ ਫਰਮਾਉਂਦੇ ਹਨ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵ ਅੰਧੜਿਓ ਮੋਇਓ। ਜੇ ਤੈਂ ਰੱਬ ਵਿਸਾਰਿਆ, ਤੈਂ ਰੱਬ ਨਾ ਵਿਸਾਰਿਓ। ਜਦੋਂ ਅੰਮ੍ਰਿਤ ਵੇਲੇ ਦਾ ਅਭਿਆਸ ਪੱਕਾ ਹੋ ਜਾਏ ਤਾਂ ਫਿਰ 8 ਪਹਿਰ ਪਰਮਾਤਮਾ ਦੀ ਯਾਦ ਮਨ ਵਿੱਚ ਟਿਕੀ ਰਹਿੰਦੀ ਹੈ। ਅੰਮ੍ਰਿਤ ਵੇਲੇ ਦੀ ਇਸ ਕਮਾਈ ਦਾ ਸਦਕਾ ਮਨੁੱਖ ਵਿਕਾਰਾਂ ਦੇ ਹਮਲਿਆਂ ਤੋਂ ਬਚ ਕੇ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ, ਚੜ੍ਹਦੀਆਂ ਕਲਾਂ ਵਾਲਾ ਜੀਵਨ ਹੋ ਜਾਂਦਾ ਹੈ। ਇਸ ਗੁਰ ਉਪਦੇਸ਼ ਦੀ ਕਮਾਈ ਸਦਕਾ ਜੀਵਨ ਸਦਾ ਸੁਖੀ ਹੋ ਜਾਂਦਾ ਹੈ। ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ। ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸਿਤੀ ਘਰ ਜਾਤੇ। ਜੋ ਵਿਥ ਜਾਂ ਦੂਰੀ ਕਹੋ ਸਿੱਖ ਦੀ ਪਰਮਾਤਮਾ ਨਾਲ ਬਣੀ ਹੋਈ ਹੈ, ਉਹ ਦੂਰੀ ਤੀਰਥਾਂ ਦੇ ਇਸ਼ਨਾਨ ਨਾਲ, ਕਿਸੇ ਪੁੰਨ ਦਾਨ ਕਰਨ ਨਾਲ ਨਹੀਂ ਮਿਟ ਸਕਦੀ। ਕੋਈ ਮਨੁੱਖ ਕਰੋੜਾਂ ਤੇ ਅਰਬਾਂ ਰੁਪਏ ਦੀ ਭੇਟਾ ਪੇਸ਼ ਕਰਕੇ
ਪ੍ਰਭੂ ਨਾਲੋਂ ਆਪਣੀ ਵਿਥ ਮਿਟਾਉਣ ਦਾ ਯਤਨ ਕਰੇ ਤਾਂ ਉਹ ਆਪਣੇ ਮਨੋਰਥ ਵਿੱਚ ਸਫਲ ਨਹੀਂ ਹੋ ਸਕਦਾ, ਕਿਉਂਕਿ ਦਾਤਾਂ ਤਾਂ ਸਾਰੀਆਂ ਉਸ ਪਰਮਾਤਮਾ ਦੀਆਂ ਹਨ। ਵਿਥ ਮਿਟਾਉਣ ਦਾ ਇੱਕੋ ਇੱਕ ਵਸੀਲਾ ਹੈ। ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ 'ਚ ਜੁੜਨਾ, ਉਸ ਦੀ ਸਿਫਤ ਸਲਾਹ ਪ੍ਰੇਮ ਪਿਆਰ ਦੀ ਬੋਲੀ ਦੁਆਰਾ ਕਰਨੀ ਹੈ। ਭਾਖਿਆ ਭਾਉ ਅਪਾਰ। ਕੇਵਲ ਪ੍ਰੇਮ ਪਿਆਰ ਹੀ ਇੱਕ ਐਸਾ ਵਸੀਲਾ ਹੈ ਜਿਸ ਦੇ ਰਾਹੀਂ ਉਸ ਨਾਲ ਰਾਬਤਾ, ਰਿਸ਼ਤਾ, ਸੰਬੰਧ ਕਾਇਮ ਹੁੰਦਾ ਹੈ। ਭਗਤੀ ਹੈ ਹੀ ਪ੍ਰੇਮਾ ਭਗਤੀ। ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਪ੍ਰੇਮ ਪ੍ਰਾਇਨ ਪ੍ਰੀਤਮ ਰਾਓ। ਮੇਰੇ ਪ੍ਰੀਤਮ ਵਾਹਿਗੁਰੂ ਜੀ ਕੇਵਲ ਪ੍ਰੇਮ ਨਾਲ ਹੀ ਵਸ ਆਉਂਦੇ ਹਨ। ਗੋਬਿੰਦ ਭਾਉ ਭਗਤ ਕਾ ਭੂਖਾ। ਅਸੀਂ ਮਨੁੱਖ ਹਮੇਸ਼ਾ ਹੀ ਉਸ ਪਾਸੋਂ ਵਾਹਿਗੁਰੂ ਜੀ ਕੋਲੋਂ ਦਾਤਾਂ ਮੰਗਦੇ ਹਾਂ। ਆਖੇ ਮੰਗੇ ਦੇਹ ਦੇ, ਦਾਤ ਕਰੇ ਦਾਤਾਰ। ਉਹ ਅਣਗਿਣਤ ਦਾਤਾਂ ਬਖਸ਼ਦਾ ਹੀ ਰਹਿੰਦਾ ਹੈ। ਹਰ ਵਸਤੂ ਹੀ ਉਸ ਦੀ ਦਿੱਤੀ ਹੋਈ ਹੈ। ਸਾਡਾ ਆਪਣਾ ਤੇ ਹੈ ਹੀ ਕੁਛ ਨਹੀਂ, ਤਾਂ ਫਿਰ ਕਿਹੜੀ ਭੇਟਾ ਉਸ ਅੱਗੇ ਰੱਖੀਏ ਤਾਂ ਜੋ ਉਸ ਦਾ ਸੱਚਾ ਦਰਬਾਰ ਦਿਸ ਪਵੇ, ਅਤੇ ਆਪਣੇ ਮੂੰਹੋਂ ਕਿਹੜੇ ਬਚਨ ਬੋਲੀਏ, ਕਿਹੋ ਜਿਹੀ ਅਰਦਾਸ ਕਰੀਏ ਜਿਸ ਨੂੰ ਸੁਣ ਕੇ ਸਾਡੇ ਤੇ ਵਾਹਿਗੁਰੂ ਜੀ ਤਰੁੱਠ ਪੈਣ, ਆਪਣਾ ਪਿਆਰ ਸਾਡੇ ਹਿਰਦੇ 'ਚ ਵਸਾ ਦੇਣ। ਫੇਰ ਕੇ ਅੱਗੇ ਰੱਖੀਏ ਜਿਸ ਦਿਸੇ ਦਰਬਾਰ। ਮੂੰਹ ਕੇ ਬੋਲਨ ਬੋਲੀਏ ਜਿਤ ਸੁਨ ਧਰੇ ਪਿਆਰ। ਇਹਨਾਂ ਦੋ ਸਵਾਲਾਂ ਦਾ ਜਵਾਬ ਸਤਿਗੁਰੂ ਜੀ ਆਪ ਹੀ ਬਖਸ਼ਦੇ ਹਨ। ਅੰਮ੍ਰਿਤ ਵੇਲਾ, ਸੱਚ ਨਾਉ, ਵਡਿਆਈ ਵਿਚਾਰ। ਵਾਹਿਗੁਰੂ ਕੇਵਲ ਪ੍ਰੇਮ ਪਿਆਰ ਦੀ ਬੋਲੀ ਹੀ ਸਮਝਦਾ ਹੈ। ਕਿਸੇ ਅੰਗਰੇਜ਼ੀ, ਸੰਸਕ੍ਰਿਤ, ਫਾਰਸੀ, ਅਰਬੀ ਦੀ ਬੋਲੀ ਬੋਲ ਕੇ ਕੰਮ ਨਹੀਂ ਬਣੇਗਾ। ਹਰ ਬੋਲੀ ਦਾ, ਹਰ ਭਾਸ਼ਾ ਦਾ ਅੰਤ ਹੈ, ਪਰ ਪ੍ਰੇਮ ਦੀ ਭਾਸ਼ਾ ਜਿਸ ਦਾ ਕੋਈ ਪਾਰਾਵਾਰ ਨਹੀਂ, ਜਿਸ ਦਾ ਕੋਈ ਅੰਤ ਨਹੀਂ। ਭਾਖਿਆ ਭਾਉ ਅਪਾਰ। ਤਾਂ ਤੇ ਅੰਮ੍ਰਿਤ ਵੇਲੇ ਤੜਕੇ ਖੜਾਓ ਤੇ ਟਿਕਾਓ ਦੇ ਸਮੇਂ ਉੱਠ ਕੇ ਸਾਵਧਾਨ ਹੋ ਕੇ ਉਸ ਮਾਲਕ ਦੀ ਰਸ ਭਿੰਨੀ ਮਿੱਠੀ ਪ੍ਰੇਮ ਭਰਪੂਰ ਯਾਦ ਵਿੱਚ ਜੁੜਨਾ ਹੈ। ਜੋ ਵਿਅਕਤੀ ਐਸੀ ਕਾਰ ਕਰਦਾ ਹੈ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ, ਉਸ ਤੇ ਪ੍ਰਭੂ ਦੀ ਮਿਹਰ ਬਖਸ਼ਿਸ਼ ਹੁੰਦੀ ਹੈ। ਉਸ ਨੂੰ ਪ੍ਰਭੂ ਦੇ ਸੱਚੇ ਦਰਬਾਰ ਤੋਂ ਪ੍ਰੇਮ ਪਟੋਲਾ ਮਿਲਦਾ ਹੈ, ਰੱਬੀ ਮਿਹਰ ਦਾ ਸਰੋਪਾ ਮਿਲਦਾ ਹੈ ਤੇ ਮੋਖ ਭਾਵ ਮੁਕਤੀ ਪ੍ਰਾਪਤ ਹੁੰਦੀ ਹੈ। ਅੰਮ੍ਰਿਤ ਵੇਲਾ, ਸੱਚ ਨਾਉ, ਵਡਿਆਈ ਵਿਚਾਰ। ਕਰਮੀ ਆਵੇ ਕਪੜਾ, ਨਦਰੀ ਮੋਖ ਦਵਾਰ। ਨਾਨਕ ਏਵੇਂ ਜਾਣੀਏ ਸਭ ਆਪੇ ਸਚਿਆਰ। ਜੋ ਮਨੁੱਖ ਅੰਮ੍ਰਿਤ ਵੇਲੇ ਨੂੰ ਨਹੀਂ ਸੰਭਾਲਦੇ ਉਹ ਆਲਸੀ ਹੁੰਦੇ ਨੇ। ਉਹਨਾਂ ਦਾ ਮਨ ਨਾਮ ਜਪਣ ਵਿੱਚ, ਬਾਣੀ ਪੜ੍ਹਨ ਵਿੱਚ ਨਹੀਂ ਲੱਗਦਾ। ਜੇ ਮਨ ਹੀ ਨਾ ਜੁੜਿਆ ਤਾਂ ਰਸ ਕਿੱਥੇ ਆਉਣਾ। ਗੁਰੂ ਅਰਜਨ ਸਾਹਿਬ ਨੇ ਸਰੀਰਕ ਰੋਗ ਤੇ ਮਾਨਸਿਕ ਰੋਗ ਦੋਹਾਂ ਦਾ ਇਲਾਜ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਤੇ ਪ੍ਰਭੂ ਦੀ ਸਿਫਤ ਸਲਾਹ ਨੂੰ ਹੀ ਦੱਸਿਆ ਹੈ। ਚੱਲ ਅੱਗੇ ਉੱਠ, ਨਾਮ ਜਪ, ਨਿਸ ਬਾਸਰ ਆਰਾਧ। ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੇ ਪਾਦ। ਸਿੱਖ ਧਰਮ ਵਿੱਚ ਤੇ ਗੁਰਸਿੱਖ ਜੀਵਨ ਵਿੱਚ ਅੰਮ੍ਰਿਤ ਵੇਲੇ ਦੀ ਬਹੁਤ ਜ਼ਿਆਦਾ ਮਹਾਨਤਾ ਹੈ। ਪ੍ਰਾਤਨ ਗੁਰਸਿੱਖਾਂ ਦੇ ਉੱਚੇ ਸੁੱਚੇ ਜੀਵਨ ਵਿੱਚ ਇੱਕ ਖਾਸ ਗੱਲ ਮਿਲਦੀ ਹੈ ਸਾਨੂੰ ਕਿ ਉਹ ਅੰਮ੍ਰਿਤ ਵੇਲੇ ਉੱਠਣ ਦੇ ਨੇਮੀ ਪ੍ਰੇਮੀ ਸੀ, ਉੱਚੇ ਆਚਰਨ ਵਾਲੇ ਸਿੰਘ ਸੀ। ਉਸ ਦੇ ਉਲਟ ਅੱਜ ਕੱਲ੍ਹ ਦੇ ਸਿੱਖਾਂ ਵਿੱਚ ਆਤਮਕ ਪੱਖ ਤੋਂ ਗਿਰਾਵਟ ਆ ਰਹੀ ਹੈ। ਇਸ ਦਾ ਕਾਰਨ ਅੰਮ੍ਰਿਤ ਵੇਲੇ ਉੱਠਣ ਦੇ ਨਿਯਮ ਦੀ ਉਲੰਘਣਾ ਕਰਨਾ ਹੈ। ਅੱਜ ਕੱਲ੍ਹ ਦੇ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਸਵੇਰੇ 8-9 ਵਜੇ ਉੱਠ ਰਹੀ ਹੈ, ਜਿਸ ਕਾਰਨ ਢਹਿੰਦੀ ਕਲਾ ਹੋ ਗਈ। ਗੁਰੂ ਰਾਮਦਾਸ ਜੀ ਨੇ ਗੁਰਸਿੱਖ ਜੀਵਨ ਦਾ ਰੋਜ਼ ਦਾ ਟਾਈਮ ਟੇਬਲ ਬਣਾਇਆ। ਗੁਰ ਸਤਿਗੁਰ ਕਾ ਜੋ ਸਿੱਖ ਖਾਏ,
सो भलके उठ हर नाम ध्यावे। उद्दम करे भलके प्रभाती, इशनान करे अमृत सर नहावे। उपदेश गुरु हर हर जप जापे, सब किल विख पाप दोख लह जावे। फिर चढ़े दिवस गुरबाणी गावे, बहंदियां उठदियां हर नाम ध्यावे। जो सास गरास ध्याए मेरा हर हर, सो गुर सिख गुरु मन भावे। जन नानक धूड़ मंगे तिस गुर सिखी, जो आप जपे अवरा नाम जपावे। सतगुरु जी उपदेश करते ने, फरमाउंदे ने, ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਮੰਨਦਾ ਹੈ, ਸਿੱਖ ਕਹਾਉਂਦਾ ਹੈ, ਉਹ ਸਭ ਤੋਂ ਪਹਿਲੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਅਭਿਆਸ ਕਰੇ, ਨਾਮ ਵਿੱਚ ਜੁਟੇ। ਦੂਸਰੀ ਤੁਕ ਵਿੱਚ ਉਹ ਕੁਛ ਹੀ ਫਿਰ ਦੁਹਰਾਇਆ ਹੈ, ਭਲਕੇ ਪ੍ਰਭਾਤੀ, ਉਦਮ ਕਰਕੇ, ਇਸ਼ਨਾਨ ਕਰਕੇ ਆਪਣੇ ਮਨ ਨੂੰ ਨਾਮ ਵਿੱਚ ਲੀਨ ਕਰੇ। ਫਿਰ ਅੰਮ੍ਰਿਤਸਰ ਨਹਾਵੇ ਦੀ ਵਿਆਖਿਆ ਕੀਤੀ ਹੈ। ਜੋ ਗੁਰੂ ਦਾ ਉਪਦੇਸ਼ ਹੈ, ਹਰ ਹਰ ਜਪਨ ਦਾ ਉਸ ਨੂੰ ਜਪੇ, ਅੱਗੇ ਹੈ ਉਸ ਦਾ ਫਲ। ਸਾਰੇ ਪਾਪ ਖਤਮ ਹੋ ਜਾਂਦੇ ਹਨ ਤੇ ਪਵਿੱਤਰ ਹੋਏ ਮਨ 'ਚ ਵਾਹਿਗੁਰੂ ਜੀ ਦਾ ਨਾਮ ਵਸਦਾ ਹੈ। ਇਸ ਤੋਂ ਬਾਅਦ ਜਦੋਂ ਦਿਨ ਚੜ੍ਹ ਜਾਏ ਅਥਵਾ ਸੂਰਜ ਨਿਕਲੇ ਤਾਂ ਸਿੱਖ ਦੀ ਨਿਸ਼ਾਨੀ ਦੱਸੀ ਹੈ ਕਿ ਉੱਠਦਿਆਂ, ਬੈਠਦਿਆਂ, ਕੰਮਕਾਰ ਕਰਦਿਆਂ ਗੁਰਬਾਣੀ ਪੜ੍ਹੇ ਤੇ ਗਾਵੇ ਜਾਂ ਹਰੀ ਦਾ ਨਾਮ ਧਿਆਵੇ। ਪਹਿਲਾ ਅੰਮ੍ਰਿਤ ਵੇਲੇ ਦਾ ਪ੍ਰੋਗਰਾਮ ਜਿਸ ਵੇਲੇ ਖਤਮ ਹੋ ਗਿਆ, ਫਿਰ ਦੂਜਾ ਪ੍ਰੋਗਰਾਮ ਸੂਰਜ ਚੜ੍ਹਨ ਤੋਂ ਪਿੱਛੋਂ ਦਾ ਹੈ। ਉਹ ਹੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਤੇ ਗੁਰਬਾਣੀ ਗਾਵੇ। ਇਸ ਤਰ੍ਹਾਂ ਕਰਦਿਆਂ ਇਹ ਅਭਿਆਸ ਇੰਨਾ ਪੱਕ ਜਾਏ ਕਿ ਸਾਸ ਗਰਾਸ ਵਾਹਿਗੁਰੂ ਜੀ ਦਾ ਧਿਆਉਣਾ ਸ਼ੁਰੂ ਹੋ ਜਾਏ ਤਾਂ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਭਾ ਜਾਏਗਾ, ਪਿਆਰਾ ਲੱਗੇਗਾ। ਐਸੇ ਗੁਰਸਿੱਖ ਜੋ ਆਪ ਜਪਦੇ ਤੇ ਹੋਰਾਂ ਨੂੰ ਜਪਾਉਂਦੇ ਹਨ। ਗੁਰੂ ਨਾਨਕ ਸਾਹਿਬ ਜੀ ਉਹਨਾਂ ਸਿੱਖਾਂ ਤੋਂ ਬਲਹਾਰ ਜਾਂਦੇ ਹਨ, ਉਹਨਾਂ ਦੀ ਧੂੜ ਲੋਚਦੇ ਹਨ। ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੇ ਉਪਰੋਕਤ ਫਰਮਾਨ ਨੂੰ ਆਪਣੀਆਂ ਵਾਰਾਂ ਵਿੱਚ ਦਰਜ ਕਰਕੇ ਗੁਰਸਿੱਖ ਜੀਵਨ ਦਾ ਨਕਸ਼ਾ ਉਲੀਕਿਆ। ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਵੰਦਾ, ਗੁਰ ਕੇ ਬਚਨ ਉਚਾਰ ਕੇ ਧਰਮ ਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ। ਉਪਰੋਕਤ ਵਿਚਾਰ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਗੁਰੂ ਸਾਹਿਬ ਉਸ ਵਿਅਕਤੀ ਨੂੰ ਸਿੱਖ ਮੰਨਣ ਲਈ ਤਿਆਰ ਹਨ ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ, ਫਿਰ ਅਕਾਲ ਪੁਰਖ ਦੀ ਸਿਫਤ ਸਲਾਹ ਨਾਮ ਸਿਮਰਨ ਜੁੜਦਾ। ਇਸ ਲਈ ਜਿਸ ਵੀ ਮਨੁੱਖ ਨੇ ਆਪਣੇ ਆਪ ਨੂੰ ਸਿੱਖ ਕਹਾਉਣਾ ਹੈ, ਸਿੱਖ ਅਖਵਾਉਣਾ ਹੈ, ਉਸ ਵਾਸਤੇ ਅੰਮ੍ਰਿਤ ਵੇਲੇ ਉੱਠਣਾ ਤੇ ਆਤਮਿਕ ਜੀਵਨ ਦੀ ਰਹਿਤ ਰੱਖਣੀ ਓਨੀ ਜ਼ਰੂਰੀ ਹੈ ਜਿੰਨੀ ਕਿ ਪੰਜ ਕਕਾਰੀ ਰਹਿਤ ਰੱਖਣਾ। ਅੰਮ੍ਰਿਤ ਵੇਲੇ ਦਾ ਨਜ਼ਾਰਾ ਕੁਦਰਤੀ ਤੌਰ 'ਤੇ ਅਜਿਹਾ ਹੁੰਦਾ ਹੈ ਕਿ ਮਨ ਦੀ ਇਕਾਗਰਤਾ ਆਪਣੇ ਆਪ ਬਣ ਜਾਂਦੀ ਹੈ। ਅਜਿਹੇ ਸੁਹਾਵਣੇ ਸਮੇਂ ਚਿੜੀਆਂ ਤੇ ਹੋਰ ਪੰਛੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਦਰਖਤਾਂ 'ਤੇ ਬੈਠੇ ਹੋਏ ਬੜੀ ਸੁਰੀਲੀ ਆਵਾਜ਼ ਚਹਿਕਦੇ ਨੇ, ਬੜੀ ਸੁਰੀਲੀ ਆਵਾਜ਼ ਪ੍ਰਭੂ ਦੇ ਗੀਤ ਗਾਉਂਦੇ ਨੇ। ਉਸ ਵੇਲੇ ਮਨੁੱਖਾਂ ਦੀ ਆਵਾਜਾਈ ਨਹੀਂ ਹੁੰਦੀ, ਜਗਤ ਦੇ ਲੋਕ ਘੂਕ ਸੁੱਤੇ ਹੁੰਦੇ ਹਨ। ਮਨੁੱਖ ਇੱਕ ਸ੍ਰੇਸ਼ਟ ਜੁਨੀ ਹੈ, ਇਸ ਸਮੇਂ ਦੀ ਸਾਰ ਨਹੀਂ ਜਾਣਦਾ। ਇਸ ਇਕਾਂਤ ਸਮੇਂ ਪੰਛੀਆਂ ਦਾ ਚਹਿਕਣਾ ਮਨ ਨੂੰ ਸੁਹਾਵਣਾ ਲੱਗਦਾ। ਇਹਨਾਂ ਪੰਛੀਆਂ ਰਾਹੀਂ ਸਾਨੂੰ ਇੱਕ ਪ੍ਰੇਰਨਾ ਮਿਲਦੀ ਹੈ ਕਿ ਪੋਹ ਫਟਾਲੇ ਦਾ ਸਮਾਂ ਸੁੱਤੇ ਰਹਿਣ ਦਾ ਨਹੀਂ, ਇਹ ਸਮਾਂ ਪ੍ਰਭੂ ਭਗਤੀ ਦਾ ਹੈ, ਇਹ ਸਮਾਂ ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਹੈ। ਇਸ ਸਮੇਂ ਵਾਹਿਗੁਰੂ ਪ੍ਰੇਮ ਦੇ ਤਰੰਗ ਮਨੁੱਖ ਦੇ ਮਨ 'ਚ ਉੱਠ ਸਕਦੇ ਹਨ ਜੇ ਕੋਈ ਸਿੱਖ ਇਸ ਦੀ ਸੰਭਾਲ ਕਰੇ। ਚਿੜੀ ਚੌਕੀ ਪਉ ਫੁੱਟੀ, ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੇ ਰੰਗ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਸਾਰਾ ਉਦਾਸੀ ਭੇਖ ਉਤਾਰ ਦਿੱਤਾ, ਤਦ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਸੋਦਰ ਆਰਤੀ ਗਾਵੀਏ, ਅੰਮ੍ਰਿਤ ਵੇਲੇ
ਜਾਪ ਉਚਾਰਾ। ਗੁਰੂ ਨਾਨਕ ਸਾਹਿਬ ਜਦੋਂ ਕਰਤਾਰਪੁਰ ਟਿਕ ਗਏ ਤੇ ਕਿਰਸਾਨੀ ਆਰੰਭ ਦਿੱਤੀ, ਬਹੁਤ ਸਾਰੇ ਸਿੱਖ ਵੀ ਗੁਰੂ ਸਾਹਿਬ ਕੋਲ ਆ ਕੇ ਆਤਮਿਕ ਸੇਧ ਲੈਣ ਲੱਗ ਪਏ। ਇੱਕ ਦਿਨ ਕੁਝ ਉਦਾਸੀ ਸਾਧੂ ਕਰਤਾਰਪੁਰ ਆਏ ਤਾਂ ਉਹਨਾਂ ਨੇ ਦੇਖਿਆ ਕੁਝ ਸਿੱਖ ਹਲ ਵਾਹ ਰਹੇ ਨੇ, ਕੋਈ ਪਾਣੀ ਲਗਾ ਰਹੇ ਨੇ, ਕੋਈ ਗੋਡੀ ਕਰ ਰਹੇ ਨੇ, ਕਿਰਤ ਵਿੱਚ ਲੱਗੇ ਹੋਏ ਨੇ। ਇਹ ਸਭ ਕੁਝ ਦੇਖ ਕੇ ਉਹ ਸਾਧੂ ਤੇ ਉਹਨਾਂ ਦਾ ਮਹੰਤ ਹੈਰਾਨ ਹੋ ਗਏ। ਗੁਰੂ ਸਾਹਿਬ ਨੂੰ ਕਹਿਣ ਲੱਗੇ, ਅਸੀਂ ਤਾਂ ਕੁਝ ਹੋਰ ਸਮਝ ਕੇ ਆਏ ਸੀ। ਇਹ ਸਾਰੇ ਲੋਕ ਤੁਹਾਡੇ ਸਿੱਖ ਨਾਮ ਬਾਣੀ 'ਚ ਜੁੜੇ ਹੋਣਗੇ। ਬਾਬਾ ਨਾਨਕ ਜੀ, ਤੁਸੀਂ ਤਾਂ ਇਹ ਪਸ਼ੂ ਪਾਲੇ ਨੇ, ਪਸ਼ੂਆਂ ਵਰਗੇ ਕੰਮ ਕਰ ਰਹੇ ਨੇ। ਇਹ ਤੇ ਕੋਈ ਭਗਤੀ ਦਾ ਤਾਂ ਕਾਰਜ ਹੀ ਇੱਥੇ ਹੈ ਨਹੀਂ। ਅਸੀਂ ਹੁਣ ਇੱਥੋਂ ਚੱਲਦੇ ਹਾਂ। ਸ਼ਾਮ ਨੂੰ ਸਭ ਨੇ ਸੋਦਰ ਦਾ ਪਾਠ ਕੀਤਾ। ਸੰਗਤ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਗੁਰੂ ਨਾਨਕ ਸਾਹਿਬ ਮੁਸਕਰਾਏ ਤੇ ਫਰਮਾਇਆ, ਮਹੰਤ ਜੀ, ਇੱਕ ਰਾਤ ਟਿਕ ਜਾਓ ਤੇ ਕੱਲ ਦਿਨ ਚੜੇ ਚਲੇ ਜਾਣਾ। ਜਦੋਂ ਉਹ ਸਾਧੂ ਸਵੇਰੇ ਉੱਠੇ ਤਾਂ ਦੇਖਿਆ ਸਾਰੇ ਸਿੱਖ ਧਰਮਸਾਲ 'ਚ ਇਕਾਗਰ ਚਿੱਤ ਬੈਠ ਕੇ ਨਾਮ ਅਭਿਆਸ 'ਚ ਜੁਟੇ ਹੋਏ ਨੇ, ਮਸਤ ਬੈਠੇ ਨੇ। ਬਾਅਦ ਵਿੱਚ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਲੱਗ ਪਏ। ਜਦੋਂ ਸਾਧੂ ਲੋਕ ਵਿਦਾ ਹੋਣ ਲੱਗੇ ਤਾਂ ਕਿਹਾ, ਬਾਬਾ ਨਾਨਕ ਜੀ, ਤੁਸੀਂ ਤਾਂ ਦੇਵਤੇ ਪਾਲੇ ਹਨ, ਅਸੀਂ ਪਸ਼ੂ ਸੀ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇਨਸਾਨ ਤੋਂ ਬਣਾਇਆ ਤੇ ਇਨਸਾਨ ਤੋਂ ਦੇਵਤਾ ਹੀ ਬਣਾ ਦਿੱਤੇ। ਇਹ ਹੈ ਰਹੋ ਰੀਤ ਬਾਬੇ ਨਾਨਕ ਦੀ ਚਲਾਈ ਤੇ ਇਹ ਹਨ ਪੂਰਨੇ ਜੋ ਉਹਨਾਂ ਨੇ ਪਾਏ। ਜਿਸ ਤਰ੍ਹਾਂ ਤਰੇਲ ਭਿੱਜੀ ਰਾਤ, ਹਲਕੀ ਠੰਡਕ ਵਾਲੀ ਰਾਤ ਸਮੇਂ ਆਕਾਸ਼ ਵਿੱਚ ਚਮਕਦੇ ਤਾਰੇ ਸੋਹਣੇ ਲੱਗਦੇ ਨੇ, ਇਸ ਤਰ੍ਹਾਂ ਪਰਮਾਤਮਾ ਦੇ ਪਿਆਰ 'ਚ ਭਰੇ ਹੋਏ ਤੇ ਭਿੱਜੇ ਹੋਏ ਹਿਰਦੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਸਿਮਰਨ ਦਾ ਅਭਿਆਸ ਕਰਦੇ ਹਨ। ਇਸ ਅਭਿਆਸ ਦਾ ਸਦਕਾ ਉਹਨਾਂ ਦੇ ਹਿਰਦੇ ਵਿੱਚ ਆਤਮਿਕ ਗੁਣ ਪ੍ਰਗਟ ਹੋ ਜਾਂਦੇ ਹਨ। ਆਤਮਿਕ ਗੁਣ ਲਿਸ਼ਕਾਂ ਮਾਰਦੇ ਹਨ, ਜਿਸ ਸਦਕਾ ਉਹ ਨਾਮ ਸਿਮਰਨ ਵਿੱਚ ਦਿਨ ਰਾਤ ਲੱਗੇ ਰਹਿੰਦੇ ਹਨ। ਐਸੇ ਰਾਮ ਪਿਆਰੇ ਭਗਤ ਜਨ ਪ੍ਰਭੂ ਨਾਲ ਗੱਲ ਵਕੜੀ ਪਾਈ ਰੱਖਦੇ ਹਨ। ਅਜਿਹੇ ਗੁਰਮੁਖ ਜਨ ਹਰ ਸਮੇਂ ਵਿਕਾਰਾਂ ਤੋਂ ਸੁਚੇਤ ਰਹਿੰਦੇ ਆ। ਉਹਨਾਂ ਦੀ ਇਹ ਗੱਲ ਵਿੱਚ ਬਹੁਤ ਕੀਮਤੀ ਸਰਬ ਗੁਣਾਂ ਦੇ ਹਾਰ ਪੈ ਜਾਂਦੇ ਹਨ। ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਸਦਾ ਜਾਗੇ। ਨਾਮ ਸਿਮਰੇ ਅੰਦਿਨੋ, ਚਰਨ ਕਮਲ ਧਿਆਨ ਹਿਰਦੇ, ਪ੍ਰਭ ਬਿਸਰ ਨਾਹੀ ਏਖਨੇ। ਜਿਸ ਤਰ੍ਹਾਂ ਕਿਸੇ ਫਸਲ ਨੂੰ ਬੀਜਣਾ ਹੋਵੇ ਤੇ ਰੁੱਤ ਤੇ ਸਮਾਂ ਦੇਖਣਾ ਪੈਂਦਾ ਅਤੇ ਹਰ ਫਸਲ ਦੇ ਬੀਜਣ ਦਾ ਸਮਾਂ ਵੀ ਵੱਖੋ ਵੱਖ ਹੈ। ਇਸ ਤਰ੍ਹਾਂ ਨਾਮ ਦਾ ਬੀਜ ਬੀਜਣ ਵਾਸਤੇ, ਨਾਮ ਦੀ ਫਸਲ ਤਿਆਰ ਕਰਨ ਵਾਸਤੇ ਠੀਕ ਸਮਾਂ ਅੰਮ੍ਰਿਤ ਵੇਲਾ ਹੀ ਹੈ। ਅੰਮ੍ਰਿਤ ਵੇਲੇ ਦਾ ਬੀਜਿਆ ਹੋਇਆ ਇਹ ਨਾਮ ਬੀਜ ਇੰਨਾ ਵੱਧਦਾ ਹੈ, ਇੰਨਾ ਪ੍ਰਫੁੱਲਤ ਹੁੰਦਾ ਹੈ ਕਿ ਫਿਰ ਮਨੁੱਖ ਨੂੰ ਸਾਰਾ ਜੀਵਨ ਇਸ ਆਤਮਿਕ ਭੋਜਨ ਦੀ ਤੋਟ ਨਹੀਂ ਆਉਂਦੀ, ਕੋਈ ਘਾਟ ਨਹੀਂ ਆਉਂਦੀ। ਇਸ ਕਮਾਏ ਹੋਏ ਹਰੀ ਧਨ ਕਰਕੇ ਇਸ ਜਗਤ ਵਿੱਚ ਵੀ ਸ਼ੋਭਾ ਮਿਲਦੀ ਹੈ ਤੇ ਅੱਗੇ ਵਾਹਿਗੁਰੂ ਦਰਬਾਰ ਵਿੱਚ ਵੀ ਮਾਣ ਵਡਿਆਈ ਪ੍ਰਾਪਤ ਹੁੰਦੀ ਹੈ। ਗੁਰੂ ਰਾਮਦਾਸ ਜੀ ਦਾ ਫਰਮਾਨ ਹੈ, ਹਰ ਧਨ ਰਤਨ ਜਵੇਹਰ ਮਾਨਕ, ਹਰ ਧਨੇ ਨਾਲ ਅੰਮ੍ਰਿਤ ਵੇਲੇ ਵਤੇ, ਹਰ ਭਗਤੀ ਹਰ ਲਿਵ ਲਾਈ। ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ। ਹਲਤ ਪਲਤ ਹਰ ਧੰਨੇ ਕੀ, ਭਗਤਾਂ ਕੋ ਮਿਲੀ ਵਡਿਆਈ। ਸਾਡੇ ਗੁਰਮਤਿ ਅਨੁਸਾਰ ਕੀਤੇ ਹੋਏ ਕਰਮ ਹੀ ਸ਼ੁਭ ਹੁੰਦੇ ਨੇ। ਜੇ ਕੋਈ ਸਿੱਖ ਉਸ ਵੇਲੇ ਉੱਠੇ ਜਦੋਂ ਗੋਡੇ ਗੋਡੇ ਧੁੱਪ ਚੜ੍ਹ ਆਏ ਤਾਂ ਉਹ ਦਲਿਦਰੀ ਤੇ ਆਲਸੀ ਹੋਏਗਾ। ਸੋ ਉਹ ਗੁਣਵਾਨ ਤੇ ਨਾ ਹੋਇਆ। ਜੇ ਪਿਛਲ ਰਾਤ ਨਾ ਜਾਗਿਆ ਤਾਂ ਭਗਤੀ ਦੁਰੇਡੇ ਹੀ ਰਹਿ ਗਈ। ਸੋ ਅੰਮ੍ਰਿਤ ਵੇਲੇ ਦਾ ਜਾਗਣਾ ਅਸਲ ਭਗਤੀ ਹੈ।
ਇੱਕ ਐਸਾ ਪ੍ਰਥਮ ਗੁਣ ਹੈ ਜੋ ਪਹਿਲੇ ਪ੍ਰਾਪਤ ਹੋਣਾ ਚਾਹੀਦਾ ਸਭ ਨੂੰ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਗੁਰੂ ਸਾਹਿਬ ਜਗਤ ਮਰਿਆਦਾ ਪੁਰਸ਼ੋਤਮ ਸਨ। ਉਹਨਾਂ ਦੀ ਤੋਰੀ ਹੋਈ ਲੀਕ ਤੇ ਅਸਾਂ ਸਭ ਨੇ ਤੁਰਨਾ ਹੈ। ਉਹ ਆਪ ਜਾਗਦੇ ਰਹੇ ਨੇ ਤੇ ਗੁਰਸਿੱਖਾਂ ਨੂੰ ਰਾਹ ਪਾਉਂਦੇ ਰਹੇ ਨੇ। ਉਹ ਰਾਹ ਹੈ ਇੱਕ ਕਿ ਸਿੱਖ ਉੱਠਣ ਪਿਛਲ ਰਾਤ ਅੰਮ੍ਰਿਤ ਵੇਲੇ। ਜੋ ਰੱਬ ਜੀ ਨੂੰ ਪਿਆਰ ਕਰਦਾ ਹੈ ਤੇ ਉਹਨਾਂ ਦੇ ਪਿਆਰ ਦਾ ਪਾਤਰ ਹੋਣਾ ਚਾਹੁੰਦਾ ਹੈ, ਤਦ ਇਹ ਕੰਮ ਨਿਰੋਲ ਆਤਮਿਕ ਜੀਵਨ ਦੇ ਪਾਂਧਿਆਂ ਦਾ ਹੈ। ਜਿਸ ਮਨੁੱਖ ਵਿੱਚ ਦੋ ਚੀਜ਼ਾਂ ਹੋਣਗੀਆਂ, ਉਹੀ ਜਿਉਂਦੀ ਤੇ ਪ੍ਰਵਾਨ ਆਤਮਾ ਹੈ। ਉਹ ਹੈ ਅੰਮ੍ਰਿਤ ਵੇਲਾ, ਦੂਸਰਾ ਹੈ ਵਾਹਿਗੁਰੂ ਜੀ ਦਾ ਨਾਮ ਸਿਮਰਨ। ਜੀਵ ਰੂਪੀ ਬਬੀਹਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਦਰ ਤੇ ਬੇਨਤੀ ਜੋਦੜੀ ਕਰਦਾ ਹੈ ਤੇ ਉਸ ਦੀ ਇਹ ਪੁਕਾਰ ਅਰਜ਼ੋਈ ਪ੍ਰਭੂ ਜੀ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ। ਪ੍ਰਭੂ ਵੱਲੋਂ ਗੁਰੂ ਰੂਪੀ ਬੱਦਲ ਨੂੰ ਹੁਕਮ ਹੁੰਦਾ ਹੈ ਕਿ ਇਸ ਅਰਦਾਸ ਕਰਨ ਵਾਲੇ ਸਿੱਖ ਬਬੀਹੇ ਤੇ ਮਿਹਰ ਕਰੋ। ਇਸ ਸਿੱਖ ਤੇ ਨਾਮ ਅੰਮ੍ਰਿਤ ਜਲ ਦੀ ਵਰਖਾ ਕਰੋ। ਭਾਵ ਨਾਮ ਸਿਮਰਨ ਵਿੱਚ ਇਸ ਸਿੱਖ ਨੂੰ ਰੂੜ ਕਰੋ। ਜਦੋਂ ਗੁਰਸਿੱਖ ਬਬੀਹੇ ਨੂੰ ਨਾਮ ਅੰਮ੍ਰਿਤ ਦੀ ਬੂੰਦ, ਨਾਮ ਸਿਮਰਨ ਦੀ ਮੋਲਕ ਦਾਤ ਮਿਲਦੀ ਹੈ ਤਾਂ ਉਹ ਸਿੱਖ ਤ੍ਰਿਪਤ ਹੋ ਜਾਂਦਾ ਹੈ। ਗੁਰੂ ਸਾਹਿਬ ਜੀ, ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਹੋਂ ਤਿਨਕੇ ਬਲਹਾਰ ਨੇ ਜਿਨੀ ਸੱਚ ਰੱਖਿਆ ਉਰਧਾਰ। ਨਾਨਕ ਨਾਮੇ ਸਭ ਹਰਿਆਵਲੀ ਗੁਰ ਕੇ ਸ਼ਬਦ ਵਿਚਾਰ। ਮਨ ਨੂੰ ਇਕਾਗਰ ਕਰਕੇ ਪ੍ਰਭੂ ਭਗਤੀ ਵਿੱਚ ਲਾਉਣ ਲਈ ਸਭ ਤੋਂ ਸੁਹਾਵਣਾ ਤੇ ਉੱਤਮ ਸਮਾਂ ਅੰਮ੍ਰਿਤ ਵੇਲਾ ਹੀ ਹੈ। ਮਨੁੱਖ ਦੇ ਜਨਮ ਮਰਨ ਦਾ ਗੇੜ ਵੀ ਇਸ ਤਰ੍ਹਾਂ ਖਤਮ ਹੁੰਦਾ ਹੈ। ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ। ਜਨਮ ਮਰਨ ਮਲ ਉਤਰੇ ਸੱਚੇ ਕੇ ਗੁਣ ਗਾਏ। ਅੰਮ੍ਰਿਤ ਵੇਲੇ ਬਾਰੇ ਇੱਕ ਵਾਰਤਾ ਹੈ। ਇੱਕ ਗਵਈਆ ਜੋ ਨਗਰ ਵਿੱਚ ਜਾ ਕੇ ਭਜਨ ਗਾਉਂਦਾ ਸੀ। ਲੋਕ ਉਹਨਾਂ ਦੇ ਭਜਨ ਸੁਣ ਕੇ ਬੜੇ ਮਸਤ ਹੁੰਦੇ ਸੀ, ਬਹੁਤ ਖੁਸ਼ ਹੁੰਦੇ ਸੀ। ਇੱਕ ਦਿਨ ਇੱਕ ਨਗਰ ਦੇ ਬਹੁਤ ਵੱਡੇ ਸ਼ਾਹੂਕਾਰ ਧਨੀ ਪੁਰਸ਼ ਨੇ ਇਸ ਗਵਈਏ ਨੂੰ ਆਪਣੇ ਘਰ ਬੁਲਾਇਆ, ਭਜਨ ਸੁਣਨ ਲਈ ਬੁਲਾਇਆ। ਇਹ ਸ਼ਾਹੂਕਾਰ ਬੜਾ ਧਰਮੀ ਸੀ। ਭਜਨ ਸੁਣ ਕੇ ਉਸ ਦਾ ਮਨ ਬੜਾ ਪ੍ਰਸੰਨ ਹੋਇਆ ਤੇ ਗਵਈਏ ਨੂੰ ਬਹੁਤ ਸਾਰਾ ਧਨ ਇਨਾਮ ਵਜੋਂ ਉਸ ਧਨੀ ਨੇ ਦਿੱਤਾ। ਉਸ ਦੀਆਂ ਜੇਬਾਂ ਭਰ ਦਿੱਤੀਆਂ ਤੇ ਖੁਸ਼ੀ ਨਾਲ ਉਸ ਗਵਈਏ ਨੂੰ ਵਿਦਾ ਕੀਤਾ। ਜਦੋਂ ਇਹ ਗਵਈਆ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਚੋਰ ਡਾਕੂ ਮਿਲ ਗਏ। ਉਹਨਾਂ ਨੇ ਲੁੱਟਮਾਰ ਕਰਕੇ ਸਾਰਾ ਧਨ ਖੋਹ ਲਿਆ। ਉਹਨਾਂ ਦੇ ਵਜਾਉਣ ਵਾਲੇ ਸਾਜ਼ ਵੀ ਖੋਹ ਲਏ। ਜਦੋਂ ਡਾਕੂ ਚੱਲਣ ਲੱਗੇ ਤਾਂ ਉਸ ਗਵਈਏ ਨੇ ਉਹਨਾਂ ਨੂੰ ਕਿਹਾ, ਤੁਸੀਂ ਮੈਨੂੰ ਮਾਰ ਕੁੱਟ ਲਿਆ, ਕੋਈ ਗੱਲ ਨਹੀਂ, ਮੇਰਾ ਧਨ ਖੋਹ ਲਿਆ, ਕੋਈ ਗੱਲ ਨਹੀਂ, ਪਰ ਇਹ ਜੋ ਮੇਰੇ ਗਾਉਣ ਵਜਾਉਣ ਵਾਲੇ ਸਾਜ਼ ਨੇ ਇਹ ਤੁਹਾਡੇ ਕਿਸ ਕੰਮ ਨੇ? ਇਹ ਕਿਰਪਾ ਕਰਕੇ ਮੈਨੂੰ ਮੋੜ ਦਿਓ, ਵਾਪਸ ਕਰ ਦਿਓ। ਤਾਂ ਉਹਨਾਂ ਡਾਕੂਆਂ ਨੇ ਉਹ ਸਾਰਾ ਸਾਜ਼ ਮੋੜ ਦਿੱਤੇ। ਤੋ ਗਵਈਆ ਸਾਜ਼ ਲੈ ਕੇ ਉੱਥੇ ਹੀ ਬੈਠ ਗਿਆ। ਇੱਕ ਬੜਾ ਹੀ ਵਿਰਾਗਮਈ ਸੁਰੀਲੀ ਆਵਾਜ਼ ਨਾਲ ਭਜਨ ਗਾਇਆ ਜੋ ਉਸਦੇ ਹਿਰਦੇ ਦੀ ਦਰਦ ਭਰੀ ਦਸ਼ਾ ਦਾ ਸੂਚਕ ਸੀ। ਉਹ ਜਾਂਦੇ ਹੋਏ ਡਾਕੂ ਰੁਕ ਗਏ ਤੇ ਵਾਪਸ ਆ ਕੇ ਉਸ ਕੋਲ ਬੈਠ ਕੇ ਉਸ ਦਾ ਭਜਨ ਸੁਣਨ ਲੱਗ ਗਏ। ਇਸ ਤਰ੍ਹਾਂ ਭਜਨ ਚੱਲਦਾ ਰਿਹਾ। ਉਹਨਾਂ ਡਾਕੂਆਂ ਦੇ ਮਨ ਤੇ ਗਹਿਰਾ ਅਸਰ ਹੋਇਆ। ਉਹ ਭਜਨ ਸੁਣਦੇ ਸੁਣਦੇ ਦਰਵ ਗਏ ਤੇ ਭਜਨ ਦੀ ਮੂਰਤ ਹੋ ਗਏ। ਉਹਨਾਂ ਨੇ ਹੌਲੀ ਹੌਲੀ ਕਰਕੇ ਸਾਰੇ ਰੁਪਏ ਜੋ ਖੋਏ ਸਨ ਉਸ ਨੂੰ ਵਾਪਸ ਕਰ ਦਿੱਤੇ। ਭਜਨ ਖਤਮ ਹੋਇਆ ਤਾਂ ਡਾਕੂ ਬੋਲੇ, ਖਿਮਾ ਕਰੀ, ਅਸੀਂ ਤੈਨੂੰ ਮਾਰਿਆ, ਆ ਤੈਨੂੰ ਤੇਰੇ ਘਰ ਛੱਡ ਆਈਏ, ਰਸਤੇ 'ਚ ਕੋਈ ਹੋਰ ਡਾਕੂ ਨਾ ਮਿਲ ਜਾਣ। ਸੰਗਤ ਜੀ, ਇਸ ਮਨੁੱਖਾ ਜੀਵਨ ਦਾ ਸਾਜ਼ ਕਿਹੜਾ ਹੈ, ਵਜਾਉਣਾ ਕਿਸ ਵੇਲੇ ਹੈ ਤੇ ਡਾਕੂ ਕਿਹੜੇ ਹਨ?
ਸਾਜ਼ ਹੈ ਵਾਹਿਗੁਰੂ ਦਾ ਨਾਮ, ਵਜਾਉਣਾ ਹੈ ਅੰਮ੍ਰਿਤ ਵੇਲੇ। ਤੇ ਡਾਕੂ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੋ ਸਦਾ ਹੀ ਮਨੁੱਖ ਨੂੰ ਮਾਰਦੇ ਨੇ ਤੇ ਕੁੱਟਦੇ ਨੇ। ਜਦੋਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਦਾ ਸਾਜ਼ ਵਜਾਵਾਂਗੇ, ਡਾਕੂ ਭੱਜ ਜਾਣਗੇ, ਲੁੱਟ ਮਾਰ ਨਹੀਂ ਕਰਨਗੇ, ਵਸ ਵਿੱਚ ਹੋ ਜਾਣਗੇ ਤੇ ਜੀਵ ਸੁਰਖਰੂ ਹੋ ਕੇ ਪਰਮਾਤਮਾ ਦੇ ਦਰਬਾਰ 'ਚ, ਜੋ ਇਸ ਦਾ ਅਸਲੀ ਘਰ ਹੈ, ਪਹੁੰਚ ਜਾਏਗਾ। ਇਹ ਠੀਕ ਜਾਣੋ, ਜੋ ਮਨੁੱਖ ਨਿਯਮ ਅਨੁਸਾਰ ਸਵੇਰੇ ਅੰਮ੍ਰਿਤ ਵੇਲੇ ਜਾਗਦਾ, ਇਸ਼ਨਾਨ ਕਰਦਾ, ਸਿਮਰਨ ਰਾਹੀਂ ਪ੍ਰਭੂ ਭਗਤੀ ਵਿੱਚ ਜੁੜਦਾ ਹੈ, ਉਹ ਆਮ ਦੁਨੀਆਦਾਰਾਂ ਨਾਲੋਂ ਘੱਟ ਵੱਲ ਛਲ ਕਰੇਗਾ। ਉਸ ਦੇ ਜੀਵਨ ਦੀਆਂ ਰੁਚੀਆਂ ਕੁਦਰਤੀ ਹੀ ਠੀਕ ਤੇ ਸਫਲ ਜੀਵਨ ਵਾਲੀਆਂ ਹੋਣਗੀਆਂ। ਗੁਰਸਿੱਖ ਨੂੰ ਜਦ ਇਹ ਗਿਆਨ ਹੋ ਜਾਏ ਕਿ ਇਹ ਸਮਾਂ ਬੜਾ ਕੀਮਤੀ ਹੈ ਤੇ ਇਸ ਦੇ ਨਾ ਸੰਭਾਲਣ ਨਾਲ ਜੀਵਨ ਨੂੰ ਕਈ ਗੁਣਾ ਘਾਟਾ ਪੈਂਦਾ ਹੈ, ਤਾਂ ਫਿਰ ਉਹ ਘੌਲ ਨਹੀਂ ਕਰੇਗਾ। ਇਸ ਅੰਮ੍ਰਿਤ ਵੇਲੇ ਦੇ ਸਮੇਂ ਦੀ ਅਵਸ਼ਕ ਤੌਰ ਤੇ ਸੰਭਾਲ ਕਰੇਗਾ। ਅੰਮ੍ਰਿਤ ਵੇਲਾ ਤੇ ਅੰਮ੍ਰਿਤ ਨਾਮ ਇਹ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ, ਜੋ ਉਹਨਾਂ ਨੇ ਦੁਨੀਆ ਦੇ ਆਮ ਮਨੁੱਖਾਂ ਦੇ ਭਲੇ ਲਈ ਸਾਨੂੰ ਬਖਸ਼ਿਸ਼ ਕੀਤੀ ਹੈ। ਤੇ ਇਹ ਅਮੋਲਕ ਵਸਤੂਆਂ ਹਨ। ਸਵੇਰੇ ਦੇ ਚੌਥੇ ਪਹਿਰ ਦਾ ਇਹ ਸਮਾਂ ਗੁਰਮੁਖਾਂ ਵਾਸਤੇ ਬੜੀ ਮਹਾਨਤਾ ਵਾਲਾ ਸਮਾਂ, ਕਿਉਂਕਿ ਇਸ ਸਮੇਂ ਵਿੱਚ ਉਹਨਾਂ ਦੇ ਮਨ ਵਿੱਚ ਨੌ-ਨਿਧ ਨਾਮ ਲਈ ਚਾਉ ਪੈਦਾ ਹੁੰਦਾ ਹੈ, ਉਤਸ਼ਾਹ ਪੈਦਾ ਹੁੰਦਾ ਹੈ। ਇਸ ਸਮੇਂ ਉਹਨਾਂ ਦੀ ਸਾਂਝ ਅਜਿਹੇ ਗੁਰਮੁਖਾਂ ਨਾਲ ਹੁੰਦੀ ਹੈ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦੀ ਸਿਫਤ ਸਲਾਹ ਤੇ ਸਿਮਰਨ ਦਾ ਪ੍ਰਵਾਹ ਚੱਲ ਰਿਹਾ ਹੁੰਦਾ ਹੈ। ਅਜਿਹੇ ਗੁਰਸਿੱਖਾਂ ਦੇ ਮਨ ਵਿੱਚ ਤੇ ਰਸਨਾ ਉੱਪਰ ਵੀ ਪਰਮਾਤਮਾ ਦਾ ਸੱਚਾ ਨਾਮ ਹੀ ਵਸਦਾ ਹੈ। ਅੰਮ੍ਰਿਤ ਵੇਲੇ ਦਾ ਸਮਾਂ ਐਸਾ ਸਮਾਂ ਜਦੋਂ ਸਤਸੰਗ ਵਿੱਚ ਨਾਮ ਸਿਮਰਨ ਦੀ ਦਾਤ ਮਿਲਦੀ ਹੈ। ਜਿਵੇਂ ਸੋਨੇ ਨੂੰ ਕੁਠਾਲੀ 'ਚ ਪਾ ਕੇ ਤਾਓ ਦੇ ਕੇ ਸ਼ੁੱਧ ਕਰ ਲਈਦਾ ਨਾ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਕਰੜੀ ਘਾਲ ਕਮਾਈ ਗੁਰਸਿੱਖਾਂ ਦੇ ਮਨ ਨੂੰ ਸ਼ੁੱਧ ਕਰਦੀ ਹੈ ਤੇ ਵਿਕਾਰਾਂ ਦੀ ਖੋਟ ਨੂੰ ਦੂਰ ਕਰਦੀ ਹੈ। ਉਹਨਾਂ ਉੱਪਰ ਭਗਤੀ ਦਾ ਐਸਾ ਗੂੜਾ ਰੰਗ ਚੜ੍ਹਦਾ ਹੈ ਕਿ ਉਹ ਸਿੱਖ ਗੁਰਮੁਖ ਜਨ ਸਾਧ ਸੰਗਤ ਵਿੱਚ ਸ਼ੋਭਾ ਪਾਉਂਦੇ ਹੈ। ਗੁਰੂ ਅੰਗਦ ਦੇਵ ਜੀ ਦਾ ਫਰਮਾਨ ਹੈ, ਚੌਥੇ ਪਹਿਰ ਸੁਭਾ ਕੇ ਸੁਰਤਿਆਂ ਉਪਜਿਆ ਚਾਉ, ਤਿਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀਏ, ਕਰਮੀ ਹੋਏ ਪਸਾਉ, ਕੰਚਨ ਕਾਇਆ ਕੱਸੀਏ, ਵੰਨੀ ਚੜੇ ਚੜਾਓ। ਦਸੇ ਗੁਰੂ ਸਾਹਿਬਾਨ ਨੇ ਆਪ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਮਾਧ ਸਥਿਤ ਹੋ ਜਾਂਦੇ ਸੀ। ਚੌਥੇ ਪਹਿਰ ਉੱਠਣਾ, ਇਸ਼ਨਾਨ ਕਰਕੇ ਇਕਾਗਰ ਚਿੱਤ ਹੋਣਾ, ਪਰਮੇਸ਼ਰ ਨੂੰ ਆਰਾਧਨਾ, ਇਹ ਉਹਨਾਂ ਦਾ ਸਤਿਗੁਰਾਂ ਜੀ ਦਾ ਨਿਤਿਆ ਕਰਮ ਸੀ। ਇਸ ਨਿਤਿਆ ਕਰਮ ਦਾ ਇਹ ਉਪਦੇਸ਼ ਹੈ ਕਿ ਸਵੇਰੇ ਉੱਠ ਕੇ ਆਪਣੇ ਪਰਮੇਸ਼ਰ ਦਾ ਦਰਸ਼ਨ ਕਰੀਏ। ਨਾਮ ਗੁਰੂ ਉਪਦੇਸ਼ ਨਾਲ ਜਪਦਿਆਂ ਰੱਬ ਜੀ ਨਾਲ ਮੇਲ ਕਰਾਉਂਦਾ ਹੈ। ਗੁਰੂ ਉਪਦੇਸ਼ ਹੈ ਕਿ ਪ੍ਰਾਨੀ ਅੰਮ੍ਰਿਤ ਵੇਲੇ ਜਾਗ ਕੇ ਭਗਤੀ ਵਿੱਚ ਜੁਟ ਜਾਏ। ਅੰਮ੍ਰਿਤ ਵੇਲਾ ਸਾਡੀ ਵਿਰਾਸਤ ਹੈ, ਸਾਡੀ ਆਪਣੀ ਨਿੱਜ ਦੀ ਜਾਇਦਾਦ ਹੈ। ਇਹ ਅਮੁੱਲ ਵਸਤੂ ਹੈ। ਅੰਮ੍ਰਿਤ ਇਸ ਵੇਲੇ ਹੀ ਝਿਮ-ਝਿਮ ਵਸਦਾ ਹੈ ਤੇ ਲੱਭਦਾ ਹੈ। ਜੰਮਦਾ ਪੰਥ ਦੂਰ ਹੁੰਦਾ ਹੈ, ਕਾਇਆ ਕੰਚਨ ਜਿਹੀ ਹੋ ਜਾਂਦੀ ਹੈ। ਇਹ ਉਹ ਪਵਿੱਤਰ ਪਾਵਨ ਤੇ ਮੁਤਬਰਕ ਸਮਾਂ ਹੈ ਜਿਸ ਵੇਲੇ ਨੂਰ ਅਰਸ਼ੋਂ ਕੁਰਸ਼ੋਂ ਝੱਟੀਦਾ ਹੈ ਤੇ ਰੂਹਾਨੀ ਮੰਡਲਾਂ ਤੋਂ ਝਲਕਾਰੇ ਵੱਜਦੇ ਨੇ। ਤੇ ਜਦੋਂ ਆਤਮਿਕ ਮੰਡਲ ਤੋਂ ਈਸ਼ਵਰੀ ਪ੍ਰਕਾਸ਼ ਦੀਆਂ ਕਿਰਨਾਂ ਵਰਸਦੀਆਂ ਨੇ, ਇਹ ਉਹ ਸਮਾਂ ਜਿਸ ਦੀ ਪਾਲਣਾ ਸਾਡੇ ਸਰੀਰਕ, ਮਾਨਸਿਕ, ਧਾਰਮਿਕ ਜੀਵਨ ਨੂੰ ਤਰਤੀਬ ਦੇ ਦੇਗੀ। ਇੱਕ ਵਿਉਂਤ, ਇੱਕ ਜੁਗਤ, ਇੱਕ ਡਿਸਿਪਲਨ, ਇੱਕ ਸੇਧ ਵਰਤੋਂ 'ਚ ਆਏਗੀ
ਇਹ ਸਾਡੀ ਪੁਰਾਤਨ ਸਭਤਾ ਹੈ, ਇੱਕ ਉਦੇਸ਼ ਹੈ, ਇਹ ਗੁਰਸਿੱਖੀ ਦੀ ਨਿਸ਼ਾਨੀ ਹੈ, ਇਹ ਗੁਰਸਿੱਖੀ ਦਾ ਚਿੰਨ੍ਹ ਹੈ, ਗੁਰਸਿੱਖੀ ਦੀ ਰਹਿਤ ਹੈ। ਇਹ ਸਾਡੇ ਧਾਰਮਿਕ ਜੀਵਨ ਦੀ ਖੂਬਸੂਰਤੀ ਹੈ, ਹਰਿਆਵਲ ਹੈ, ਆਨੰਦਤਾ ਤੇ ਖੜਾਓ ਹੈ। ਅੰਮ੍ਰਿਤ ਵੇਲਾ ਸਾਡੇ ਗੁਰੂ ਨੂੰ ਪਿਆਰਾ ਹੈ, ਇਸ ਲਈ ਹਰ ਗੁਰਸਿੱਖ ਨੂੰ ਪਿਆਰਾ ਹੈ। ਹਰ ਗੁਰਸਿੱਖ ਦੀ ਅਰਦਾਸ ਹੈ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦੀ ਸੰਭਾਲ ਹੋਵੇ। ਧਿਆਨਯੋਗ ਮਸਲਾ ਇਹ ਹੈ, ਜਦ ਅੱਗੇ ਹਿਸਾਬ ਦੇਣਾ ਪਿਆ ਤਾਂ ਸ਼ਰਮਿੰਦਗੀ ਨਾ ਹੋਵੇ। ਜੋ ਲੀਕ ਗੁਰੂ ਜੀ ਨੇ ਪਾਈ ਉਸੇ ਤੇ ਤੁਰਨਾ ਤੇ ਜੀਵਨ ਨੂੰ ਪਲਟਾ ਦੇਣਾ। ਇਸ ਲਈ ਗੁਰਸਿੱਖ ਨੂੰ ਰਹਿਣ ਵਾਸਤੇ ਪ੍ਰੇਰਨਾ ਹੈ। ਗੁਰਸਿੱਖ ਰਹਿਤ ਸੁਨੋ ਮੇਰੇ ਮੀਤ, ਉੱਠ ਪ੍ਰਭਾਤੇ ਕਰੋ ਹਿਤ ਚੀਤ। ਵਾਹਿਗੁਰੂ ਪੁੰਨ ਮੰਤਰ ਸੋ ਜਾਪ, ਕਰ ਇਸ਼ਨਾਨ ਪੜੇ ਜਪ ਜਾਪ। ਉਦਮ ਸਿੱਖ ਨੇ ਕਰਨਾ, ਠਾਂਡਾ ਗੁਰਸੂਰਾ ਆਪ ਸਹਾਈ ਹੁੰਦਾ ਹੈ। ਸਿਦਕ ਦੇ ਬੇੜੇ ਪਾਰ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਮ੍ਰਿਤ ਵੇਲੇ ਬਾਰੇ ਬਹੁਤ ਸਾਰੇ ਉਦਾਹਰਨ ਦਿੱਤੇ ਗਏ, ਜਿਨ੍ਹਾਂ ਦੀ ਵਿਚਾਰ ਕੀਤੀ ਹੈ। ਅੰਮ੍ਰਿਤ ਵੇਲੇ ਸਿੱਖ ਨੇ ਉੱਠ ਕੇ ਕੀ ਕਰਨਾ ਹੈ? ਅੰਮ੍ਰਿਤ ਵੇਲੇ ਉੱਠ ਕੇ ਕਿਹੜੀ ਬਾਣੀ ਦਾ ਪਾਠ ਕਰੀਏ, ਜਾਂ ਨਿਤਨੇਮ ਕਰੀਏ, ਜਾਂ ਸੁਖਮਨੀ ਸਾਹਿਬ ਪੜ੍ਹੀਏ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਸਾਰੇ ਉਦਾਹਰਨ ਨੇ। ਇੱਕੋ ਹੀ ਹੁਕਮ ਹੈ, ਇੱਕੋ ਹੀ ਉਪਦੇਸ਼ ਮਿਲ ਰਿਹਾ ਹੈ। ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲੇ ਨਾਮ ਜਪਣਾ ਹੈ, ਇਸ ਤੋਂ ਬਾਅਦ ਹੀ ਬਾਣੀ ਦਾ ਪਾਠ ਕਰਨਾ ਹੈ। ਚਲਾਗੇ ਉੱਠ ਨਾਮ ਜਪ, ਨਿਸਵਾਸਰ ਰਾਧ, ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੀ ਉਪਾਦ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠ ਹਰ ਨਾਮ ਧਿਆਵੇ। ਪ੍ਰਾਤੇ ਕਾਲ ਹਰ ਨਾਮ ਉਚਾਰੀ, ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਸ਼ਬਦ ਧਿਆਏ। ਨਾਉ ਪ੍ਰਭਾਤੇ ਸ਼ਬਦ ਧਿਆਈਏ, ਛੋਡੋ ਦੁਨੀ ਪ੍ਰੀਤਾ। ਪਿਛਲ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਦੜਾਏ। ਪਿੰਨੀ ਰੈਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮਿਲੇ ਰਾਮ ਪਿਆਰੇ। ਪ੍ਰਾਤੇ ਕਾਲ ਲਾਗੋ ਜਨ ਚਰਨੀ, ਸਿਫਤ ਸਲਾਹਨ ਅੰਮ੍ਰਿਤ ਵੇਲਾ। ਹਰ ਗੁਰ ਗੋਬਿੰਦ ਧਿਆਈਏ ਸਦ ਅੰਮ੍ਰਿਤ ਵੇਲਾ। ਕਰ ਬੰਦਗੀ ਛਾੜ ਮਨ ਮੈਂ ਮੇਰਾ, ਹਿਰਦੇ ਨਾਮ ਸਮਾਰ ਸਵੇਰਾ। ਅੰਮ੍ਰਿਤ ਵੇਲੇ ਨਹਾਉਣਾ, ਗੁਰਮੁਖ ਜਪ ਗੁਰਮੰਤ ਜਪਾਇਆ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਕੁਰਬਾਨੀ ਤਿੰਨਾਂ ਗੁਰਸਿੱਖਾਂ, ਪਿਛਲ ਰਾਤੀ ਉੱਠ ਬਹੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਅੰਮ੍ਰਿਤ ਵੇਲੇ ਸਰ ਨਵੰਦੇ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਹੋਏ ਇੱਕ ਮਨ ਗੁਰਜਾਪ ਜਪੰਦੇ। ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਧੇ। ਨਾਉ ਪ੍ਰਭਾਤੇ ਸ਼ਬਦ ਧਿਆਈਏ, ਛੋਡੋ ਦੁਨੀ ਪ੍ਰੀਤਾ। ਗੁਰਮੁਖ ਸੁਖ ਫਲ ਅੰਮ੍ਰਿਤ ਵੇਲਾ। ਸੋ ਸੰਗਤ ਜੀ, ਇਹਨਾਂ ਉਦਾਹਰਨਾਂ ਤੋਂ ਇਹ ਸਾਫ਼ ਤੇ ਠੀਕ ਪਤਾ ਚੱਲ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਨੂੰ ਅੰਮ੍ਰਿਤ ਵੇਲੇ ਬਾਰੇ ਬਾਰ ਇੱਕੋ ਇੱਕ ਤਕੀਦ ਕਰ ਰਹੇ ਨੇ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਵਿੱਚ ਜੁਟ ਜਾ। ਪਰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕੋਈ ਵਿਰਲਾ ਹੀ ਸਿੱਖ ਗੁਰੂ ਜੀ ਦੇ ਇਸ ਹੁਕਮ ਦੀ ਤਾਮੀਲ ਕਰਦਾ ਹੈ। ਅਸੀਂ ਦੇਖਦੇ ਹਾਂ ਆਪਣੀ ਹੀ ਮਤ ਨਾਲ ਅੰਮ੍ਰਿਤ ਵੇਲੇ ਦੇ ਪ੍ਰੋਗਰਾਮ ਉਲੀਕੇ ਹੋਏ ਹਨ। ਕੋਈ ਵਿਰਲਾ ਹੀ ਧੰਤਾ ਯੋਗ ਸਿੱਖ ਹੋਏਗਾ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਬਾਰੇ ਹੁਕਮ ਨੂੰ ਮੰਨਦਾ ਹੋਏਗਾ। ਅੰਮ੍ਰਿਤ ਵੇਲਾ ਨਿਸ਼ਚਿੰਤ ਹੀ ਨਿਰੋਲ ਸੱਚ ਨਾਉ ਵਡਿਆਈ ਵਿਚਾਰ ਲਈ ਹੈ। ਇਸ ਵੇਲੇ ਕਿਸੇ ਹੋਰ ਪ੍ਰੋਗਰਾਮ ਦੀ ਆਗਿਆ ਨਹੀਂ। ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾਲੇ, ਜਿਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਜਿਨ੍ਹਾਂ ਨੂੰ ਪਿਛਲ ਰਾਤੀ ਸਦਾ ਹੁੰਦਾ ਹੈ ਮਾਲਕ ਦਾ, ਉਹੀ ਨਾਮ ਜਪਦੇ ਹਨ। ਉਹਨਾਂ ਲਈ ਖੈਮੇ, ਤੰਬੂ, ਛਤਰ, ਕਨਾਤਾਂ, ਰੱਥ ਸਦਾ ਤਿਆਰ ਰਹਿੰਦੇ ਹਨ। ਮਤਲਬ ਇਹ ਕਿ ਉਹਨਾਂ ਨੂੰ ਵਡਿਆਈ ਮਿਲਦੀ ਹੈ। ਜਿਨ੍ਹਾਂ ਨੇ ਤੇਰਾ ਨਾਮ ਧਿਆਇਆ ਹੈ ਉਹਨਾਂ ਨੂੰ ਸੱਦ ਕੇ ਬੁਲਾ ਕੇ ਦਿੰਦਾ ਹੈ। ਸੋ ਇਹ ਵੀ ਪ੍ਰਤੱਖ ਹੈ ਕਿ ਜੋ ਅੰਮ੍ਰਿਤ ਵੇਲੇ ਨੂੰ ਵਧੇਕ ਸਮਾਂ
ਨਾਮ ਸਿਮਰਨ ਤੇ ਸਿਫਤ ਸਲਾਹ ਵਿੱਚ ਲਾਉਂਦਾ ਹੈ, ਉਸ ਨੂੰ ਹੀ ਵਿਸ਼ੇਸ਼ਤਾ ਪ੍ਰਾਪਤ ਹੁੰਦੀ ਹੈ। ਅੰਮ੍ਰਿਤ ਵੇਲਾ ਉਹ ਸਮਾਂ ਹੈ ਜਿਸ ਵੇਲੇ ਅੰਮ੍ਰਿਤ ਛਕੀਦਾ ਹੈ। ਅੰਮ੍ਰਿਤ ਇਸ ਸੰਸਾਰ ਵਿੱਚ ਸਿਰਫ ਨਾਮ ਬਾਣੀ ਹੀ ਹਨ। ਇੱਕੋ ਨਾਮ ਅੰਮ੍ਰਿਤ ਹੈ, ਮੀਠਾ ਜਗ ਨਿਰਮਲ ਸੱਚ ਸੋਈ, ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ। ਇਸ ਅੰਮ੍ਰਿਤ ਨਾਲ ਇਸ ਦੇ ਛਕਣ ਲਈ ਵੇਲਾ ਜਾਂ ਸਮਾਂ ਵੀ ਸੰਬੰਧਿਤ ਹੈ। ਹੁਕਮ ਹੈ, बुरे काम को उठ खुलोया, नाम की बेला पै पै सोया, सार अंश सारो दिनस मजूरी करे। बुरे काम को उठ खुलोया, नाम की बेला पै पै सोया, सारो दिनस मजूरी करे। हर सिमरन की वेला भजर सिर परे। नाम की बेला ਜਾਂ हर सिमरन की वेला ਜਾਂ ਅੰਮ੍ਰਿਤ ਵੇਲਾ ਇੱਕੋ ਅਰਥ ਵਿੱਚ ਆਇਆ ਹੈ, ਜਿਸ ਵੇਲੇ ਮਜ਼ਦੂਰੀ ਕਰਨਾ, ਕਾਰ ਵਿਹਾਰ ਕਰਨਾ ਤੇ ਸੌ ਜਾਣ ਦੀ ਮਨਾਹੀ ਤੇ ਹੁਕਮ ਹੈ ਨਾਮ ਸਿਮਰਨ ਦੇ ਅੰਮ੍ਰਿਤ ਛਕ ਛਕੇ। ਨਾਮ ਕੀ ਬੇਲਾ ਪੈ ਪੈ ਸੌਣ ਦਾ ਕਾਰਨ ਇਹ ਹੈ ਕਿ ਜਗਿਆਸੂ ਅੰਮ੍ਰਿਤ ਦੀ ਤੇ ਅੰਮ੍ਰਿਤ ਵੇਲੇ ਦੀ ਸਾਰ ਨੂੰ ਨਹੀਂ ਜਾਣਦਾ। ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜੀਓ। ਤੇ ਅੰਮ੍ਰਿਤ ਦੇ ਵਪਾਰੀ ਨੂੰ ਇਹ ਪਤਾ ਹੈ ਕਿ ਨਾਮ ਸਿਮਰਨ ਦਾ ਵੇਲਾ ਵਕਤ ਬੜੀ ਤੜਕੇ ਹੈ ਤੇ ਉਹ ਸਿੱਖ ਜ਼ਰੂਰ ਆਪਣੇ ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਵੇਲੇ ਧਿਆਏਗਾ। ਹਰ ਗੋਬਿੰਦ ਧਿਆਈਏ, ਹਰ ਗੁਰ ਗੋਬਿੰਦ ਧਿਆਈਏ, ਸਦ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਹੈ ਵਿਧੀ, ਨੁਸਖਾ, ਢੰਗ ਜਾਂ ਤਰੀਕਾ ਜਿਸ ਦੁਆਰਾ ਵਾਹਿਗੁਰੂ ਜੀ ਨਾਲ ਪ੍ਰੇਮ ਸੰਬੰਧ ਜੋੜਨਾ ਹੈ। ਰੋਜ਼ ਦੀ ਰੋਜ਼ ਤੇ ਲਗਾਤਾਰ ਭੇਂਟ ਅਰਪਣ ਕਰਨੀ ਆਪਣੇ ਇਸ਼ਟ ਅੱਗੇ। ਭਾਵ ਇਹ ਕਿ ਵੱਤਰ ਵਾਲੇ ਸਮੇਂ ਨੂੰ ਸਤਿਗੁਰੂ ਜੀ ਦੇ ਅਰਥ ਲਾਉਣਾ ਹੈ। ਇਹ ਹੈ ਸੱਚੀ ਭੇਟ, ਪਿਆਰ ਤੇ ਸ਼ਰਧਾ ਵਾਲੀ। ਇਹ ਕੋਈ ਕਰਮ ਧਰਮ ਨਹੀਂ ਜਿਵੇਂ ਤੀਰਥ ਇਸ਼ਨਾਨ ਹੁੰਦੇ ਹਨ, ਵਰਤ ਪੂਜਾ ਹੁੰਦੀ ਹੈ। ਨਾ ਹੀ ਇਹ ਕੋਈ ਹੱਠ ਜ਼ਬਰ ਜਾਂ ਜ਼ੁਲਮ ਦਾ ਜਾਗਣਾ ਹੈ ਜਿਸ ਵਿੱਚ ਆਪਣਾ ਈਮਾਨ ਨਾ ਜੰਮੇ, ਆਪਣਾ ਅੰਦਰਲਾ ਨਾ ਮੰਨੇ। ਇਹ ਤਾਂ ਸ਼ਰਧਾ ਦਾ ਪ੍ਰਗਟਾਵਾ ਹੈ, ਪਿਆਰ ਵਾਲੇ ਦਿਲ ਦੀ ਮਹਿਕ ਹੈ, ਸਿਦਕ ਵਾਲੇ ਮਨ ਦੀ ਪੰਗਰ ਹੈ, ਹੁਕਮ ਰਜਾਈ ਚੱਲਣ ਵਾਲੇ ਦਾ ਇਸ਼ਕ ਹੈ। ਇਹ ਹੈ ਪਿਰਮ ਪਿਆਲਾ ਜੋ ਆਪਣੇ ਖਸਮ ਕੋਲੋਂ ਦਾਤ ਲੈ ਕੇ ਭੇਂਟ ਬਣਾ ਕੇ ਪ੍ਰਭੂ ਜੀ ਨੂੰ ਹੀ ਅਰਪਣ ਕਰਨਾ ਹੈ। ਇਹ ਹੈ ਭੇਂਟ ਜਿਸ ਦੇ ਰਾਹੀਂ ਜਾਣਾ ਹੈ। ਸਿਫਤ ਸਲਾਹ ਵਿੱਚ ਸਿਫਤ ਸਲਾਹਨ ਅੰਮ੍ਰਿਤ ਵੇਲਾ। ਸਮੇਂ ਨੇ ਬੀਤਣਾ ਤਾਂ ਅਵਸ਼ ਹੈ, ਪਰ ਕਿਵੇਂ ਬੀਤੇ ਇਹ ਸਵਾਲ ਹੈ। ਗੁਰਮੁਖ ਆਖਦੀ ਹੈ ਕਿ ਜਗਿਆਸੂ ਇਸ ਸਮੇਂ, ਹਾਂ ਇਸ ਅੰਮ੍ਰਿਤਮਈ ਮੋਲਕ ਸਮੇਂ ਨੂੰ ਨੀਂਦਰ, ਵਿਕਾਰ ਜਾਂ ਮਾਇਆ ਦੇ ਭਰਮਾਓ ਵਿੱਚ ਬੇਅਰਥ ਨਾ ਗਵਾ ਦੇਵੇ। ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ, ਜਿਉ ਫਲ ਪਾਕੇ ਭੋਏ ਗਿਰੇ ਬੋਰ ਨ ਲਾਗੇ ਡਾਰ। ਸੋ ਕਾਮਨਾ ਰਹਿਤ ਹੋ ਕੇ, ਇੱਛਾ ਰਹਿਤ ਹੋ ਕੇ, ਆਪੇ ਤੋਂ ਉੱਪਰ ਉੱਠ ਕੇ ਨਮਾਣੀ ਜਹੀ ਭੇਂਟ ਦੇ ਸਤਿਗੁਰੂ ਜੀ ਅੱਗੇ ਜੋ ਦਿਸ ਪਵੇ ਦਰਬਾਰ। ਇਹ ਹੈ ਖੇਡ ਇਸ ਸੰਸਾਰ ਵਿਖੇ ਜਿੱਤਨ ਦੀ। ਦੁਨੀਆ ਦੀ ਪ੍ਰੀਤ ਤਿਆਗ ਕੇ ਗੁਰੂ ਦੇ ਸ਼ਬਦ ਵੱਲ ਲੱਗ ਕੇ ਪ੍ਰਭਾਤੀ ਉੱਠ ਕੇ ਭੇਂਟ ਕਰਨੀ ਹੈ। ਨਾਉ ਪ੍ਰਭਾਤੇ ਸ਼ਬਦ ਧਿਆਈਏ, ਛੋਡੋ ਦੁਨੀ ਪ੍ਰੀਤਾ। ਗੁਰੂ ਦੇ ਸਿੱਖ ਦੀ ਪ੍ਰੀਤ ਜੋ ਹੁੰਦੀ ਹੈ ਉੱਚੀ ਤੇ ਸੁੱਚੀ, ਸਿਫਤ ਸਲਾਹ ਦੇ ਗਾਇਨ ਵਿੱਚ ਅੰਮ੍ਰਿਤ ਵੇਲੇ। ਹਾਂ ਅੰਮ੍ਰਿਤ ਵੇਲੇ ਜਾਂ ਵੱਡੇ ਵੇਲੇ, ਜਿਸ ਵੇਲੇ ਵਾਸਤੇ ਜੁਗੋ ਜੁਗ ਲਈ। ਇਸ ਸਵਾਲ ਦਾ ਉੱਤਰ ਕਿ ਉਸ ਵੇਲੇ ਕਿਸ ਦਾ ਨਾਮ ਲੈਣਾ ਚਾਹੀਦਾ ਹੈ, ਗੁਰੂ ਜੀ ਨੇ ਆਪ ਸਪਸ਼ਟ ਕੀਤਾ ਹੈ। ਵਡੜੇ ਝਾਲ ਚਲਨ ਬੱਲੇ, ਨਾਵੜਾ ਲਈਏ ਕਿਸ। ਨਾਉ ਲਈਏ ਪਰਮੇਸ਼ਰੇ, ਭੰਨਨ ਘੜਨ ਸਮਰੱਥ। ਹੁਣ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ। ਅੰਮ੍ਰਿਤ ਵੇਲਾ ਜਿਸ ਵੇਲੇ ਕੀ ਪ੍ਰੋਗਰਾਮ ਕਰਨਾ ਹੈ, ਥਾਂ ਥਾਈਂ ਇਹੋ ਹੁਕਮ ਹੈ, ਆਰਾਧਨਾ ਹੈ। ਦਿਨ ਰਾਤ
ਹਰ ਵਕਤ ਜਪਣਾ ਚਾਹੀਦਾ ਹੈ। ਦਿਨ ਰਾਤੀ ਅਰਾਧੋ ਪਿਆਰੋ, ਨਿਵਖ ਨ ਕੀਜੇ ਢੀਲਾ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੀ ਸਦਕਾਮ। ਉਚਰੋ ਰਾਮ ਨਾਮ ਲਖ ਬਾਰੀ, ਬਾਰੰਬਾਰ ਬਾਰ ਪ੍ਰਭ ਜਪੀਏ। ਇੱਕ ਦੋ ਜੀਵੋਂ ਲੱਖ ਹੋਏ ਲੱਖ ਹੋਵੇ ਲਖ ਵੀਸ, ਲਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼। ਤੇ ਇਸੇ ਨੂੰ ਹੀ ਪ੍ਰਾਪਤੀ ਦਾ ਰਾਹ ਦੱਸਿਆ ਹੈ। ਇਹ ਤਰਾ ਪਤ ਪੌੜੀਆਂ ਚੜੀਏ ਹੋਏ ਕੀਸ। ਭਾਵ ਨਾਮ ਸਿਮਰਨ ਦੀ ਪ੍ਰਾਪਤੀ ਜਿੰਨੀ ਵੀ ਹੋਵੇ ਥੋੜੀ ਹੈ। ਇਹ ਐਸੀ ਮਿੱਠੀ ਪਿਆਰੀ ਅਮੋਲਕ ਵਸਤੂ ਹੈ ਕਿ ਇਸ ਦਾ ਰੱਜ ਕਦੇ ਵੀ ਨਹੀਂ ਆ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵਾਹਿਗੁਰੂ ਜੀ ਦੇ ਸਪੂਤ, ਨਾਮ ਦੇ ਦਾਤਾ, ਆਪ ਵੀ ਰੋਮ ਰੋਮ ਤੋਂ ਹੀ ਤੂੰ ਹੀ ਲੱਗੇ ਰਹੇ। ਇਹ ਬਿਦ ਕਰਤ ਤਪੱਸਿਓ ਭਿਓ, ਇਹ ਬਿਦ ਕਰਤ ਤਪੱਸਿਆ ਭਿਓ। ਦੋਏ ਤੇ ਏਕ ਹੋਏ ਗਇਓ। ਪਰਮੇਸ਼ਰ ਦੇ ਨਾਲ ਇੱਕ ਰੂਪ ਹੋ ਜਾਣ ਦੇ ਬਾਵਜੂਦ ਵੀ ਅਨੰਤ ਨਾਮ ਗਾਏ ਹੈ, ਬੇਅੰਤ ਨਾਮ ਧਿਆਏ ਹੈ, ਪਰਮ ਜੋਤ ਪਾਏ ਹੈ। ਆਪ ਜੀ ਰੋਮ ਰੋਮ ਤੋਂ ਹੀ ਤੂੰ ਹੀ ਵਿੱਚ ਲੱਗੇ ਰਹੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਵਹੀ ਨਦੀ 'ਚ ਇਸ਼ਨਾਨ ਕਰਨ ਗਏ ਤਾਂ ਅੱਗੋਂ ਅਰਸ਼ਾਂ ਤੋਂ ਕੋਈ ਨੂਰੀ ਆਏ ਤੇ ਗੁਰੂ ਜੀ ਨੂੰ ਵਾਹਿਗੁਰੂ ਜੀ ਦੇ ਦੇਸ਼ ਲੈ ਗਏ। ਸ੍ਰੀ ਅਕਾਲ ਪੁਰਖ ਜੀ ਕੋਲੋਂ ਅੰਮ੍ਰਿਤ ਦਾ ਕਟੋਰਾ ਭਰ ਕੇ ਮਿਲਿਆ। ਹੁਕਮ ਹੋਇਆ, ਨਾਨਕ ਇਹ ਅੰਮ੍ਰਿਤ ਮੇਰੇ ਨਾਮ ਦਾ ਪਿਆਲਾ ਹੈ, ਤੂੰ ਪੀਓ। ਤਬ ਗੁਰੂ ਨਾਨਕ ਤਸਲੀਮ ਕੀਤਾ ਤੇ ਪਿਆਲਾ ਪੀਤਾ। ਸਾਹਿਬ ਮਿਹਰਬਾਨ ਹੁਆ, ਨਾਨਕ ਮੈਂ ਤੇਰੇ ਤਾਈਂ ਨਿਹਾਲ ਕੀਆ ਹੈ, ਮੈਂ ਤੇਰੇ ਤਾਈਂ ਆਪਣਾ ਨਾਮ ਦਿਆ ਹੈ। ਮਾਲਕ ਖਸਮ ਵਾਹਿਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬਖਸ਼ਿਸ਼ ਕੀਤੀ। ਸੱਚੀ ਸਿਫਤ ਸਲਾਹੇ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਗੁਰਮਤੀ ਖਾਦਾ ਰੱਜ ਤਿਨ ਸੁਖ ਪਾਇਆ। ਸੱਚ ਮੁੱਚ ਦਾ ਅੰਮ੍ਰਿਤ ਹਰੀ ਨਾਮ ਭੋਜਨ ਖਾ ਕੇ ਗੁਰੂ ਸਾਹਿਬ ਅੰਮ੍ਰਿਤ ਨਾਮ ਦਰਗਾਹ ਤੋਂ ਲੈ ਆਏ ਆਪਣੇ ਨਾਲ ਤੇ ਵੰਡਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਢਾਡੀ ਬਣਾ ਕੇ ਵਾਹਿਗੁਰੂ ਜਸ ਗਾਇਨ ਕੀਤਾ। ਇਹ ਸਭ ਕੁਝ ਹੁੰਦਿਆਂ ਜਦ ਨਾਮ ਧਿਆਨ ਤੇ ਸਿਫਤ ਸਲਾਹ ਦਾ ਵੇਲਾ ਦੱਸਣ ਲੱਗੇ ਤਾਂ ਆਪ ਨੇ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਵੇਲਾ ਹੀ ਦੱਸਿਆ ਹੈ। ਇਸ ਅੰਮ੍ਰਿਤ ਵੇਲੇ ਲਈ ਅੰਮ੍ਰਿਤ ਨਾਮ ਸਾਰੇ ਜਗਤ ਵਿੱਚ ਵਰਖਾ ਕੀਤੀ ਤੇ ਸਿੱਖਾਂ ਲਈ ਗਾਡੀ ਰਾਹ ਬਣਾਇਆ। ਗੁਰੂ ਨਾਨਕ ਸਾਹਿਬ ਵਾਹਿਗੁਰੂ ਨਾਮ ਨਾਲ ਭਰਪੂਰ ਹਨ। ਉਹ ਨਾਮ ਤੇ ਗੁਣ ਗਾਇਨ ਤੋਂ ਹੋਰ ਹੀ ਹੋਰ ਮੰਗਦੇ ਤੇ ਹੋਰ ਮੰਗਦੇ ਹਨ। ਉਹਨਾਂ ਨੂੰ ਸੱਚੇ ਨਾਮ ਕੀ ਲਾਗੇ ਭੂਖ ਰਹਿੰਦੀ ਹੈ। ਗੁਰੂ ਸਾਹਿਬ ਨਾਮ ਤੇ ਸਿਫਤ ਸਲਾਹ ਹੋਰ ਹੀ ਹੋਰ ਮੰਗਦੇ ਹਨ। ਇਸ ਲਈ ਨਿਸ਼ਚਿਤ ਸਮਾਂ ਅੰਮ੍ਰਿਤ ਵੇਲਾ ਦੱਸਦੇ ਹਨ। ਜੀਵ ਜੇ ਦੇਖਣਾ ਹੀ ਦਰਬਾਰ ਸੱਚੇ ਸਾਈਂ ਦਾ, ਤੂੰ ਵੀ ਦੇ ਭੇਟ ਜੋ ਗੁਰੂ ਸਾਹਿਬ ਨੇ ਆਪਣੇ ਜੀਵਨ 'ਚ ਦਿੱਤੀ ਹੈ, ਲਗਾਤਾਰ ਅਟੁੱਟ ਤੇ ਖੁਸ਼ੀ 'ਚ ਅਮਾਚ। ਉਹ ਭੇਟ ਹੈ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ। ਧੰਨ ਐਸਾ ਗੁਰੂ ਨਾਨਕ, ਧੰਨ ਉਹ ਰਾਹ ਜੋ ਉਹਨਾਂ ਦੱਸਿਆ, ਨਾਮ ਸਿਮਰਨ ਧਿਆਨ ਤੇ ਸਿਫਤ ਸਲਾਹ ਤੇ ਗਾਇਨ ਕਰਨ ਦਾ, ਅੰਮ੍ਰਿਤ ਵੇਲੇ ਸਤਿਗੁਰੂ ਜਾਗ ਜਗਾਇਨ ਦਾ। ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਗੁਰੂ ਨਾਨਕ ਸਤਿਗੁਰੂ ਜੀ ਆਪ ਸਦਾ ਜਾਗਦੇ ਨੇ, ਸਭ ਨੂੰ ਜਗਾਉਂਦੇ ਨੇ। ਅੰਮ੍ਰਿਤ ਵੇਲੇ ਸਾਧ ਸੰਗਤ ਵਿੱਚ ਮਿਲ ਕੇ ਨਾਮ ਜਪਣਾ, ਇਹ ਹੈ ਰਸਤਾ ਗੁਰੂ ਸਾਹਿਬ ਜੀ ਦਾ ਦੱਸਿਆ ਹੋਇਆ, ਜੋ ਲੈ ਜਾਏਗਾ ਉਸ ਦੇ ਦਰ ਤੇ ਅੰਤ ਨੂੰ ਉਸ ਦੇ ਪੂਰਨ ਪਿਆਰ ਵਿੱਚ। ਇਹੋ ਹੈ ਉਸ ਦੀ ਮਿਹਰ, ਉਸ ਦੀ ਨਦਰ, ਕਿਰਪਾ ਤੇ ਬਖਸ਼ਿਸ਼। ਇਹ ਹੈ ਮੋਕਸ਼, ਇਹ ਹੈ ਬੇਕੁੰਠ। ਸੱਚ ਨਾਉ ਵਡਿਆਈ ਵਿਚਾਰ। ਨਾਮ ਜਪਣ ਦਾ ਹਰ ਇੱਕ ਵੇਲਾ ਹੈ, ਪਰ ਨਿਸ਼ਚਿੰਤ ਵੇਲਾ ਅੰਮ੍ਰਿਤ ਵੇਲਾ ਹੈ। ਉਹ ਪਹਿਲੇ ਹੈ, ਉਹ ਮੂਲ ਹੈ, ਉਹ ਬਹੁਤ ਜ਼ਰੂਰੀ ਹੈ। ਇਸ ਲਈ ਹੁਕਮ ਹੈ, ਨਿਕਲਣ ਦਾ ਕੋਈ ਰਾਹ ਨਹੀਂ। ਉਸ ਨਾਲ ਪਿਆਰ ਤੇ ਲਗਨ ਦੀ ਲੋੜ ਹੈ, ਚਾਉ ਲੋੜੀਦਾ ਹੈ, ਉਤਸ਼ਾਹ ਲੋੜੀਦੀ ਹੈ। ਸਾਰੇ ਸਿੱਖ ਜਗਤ ਲਈ ਜ਼ਰੂਰੀ ਹੈ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ।
संत जना की जात हर स्वामी, तुम ठाकर हम सांगी, जैसी मत देओ हर स्वामी, हम तैसे बुलग बुलागी, भुलन अंदर सब को, अपोल गुरु करतार। वाहिगुरु जी का खालसा, वाहिगुरु जी की फतेह।